ਮੇਰਾ ਨਾਮ ਨਵੀਨ ਹੈ। ਮੈਂ ਇੱਕ ਛੋਟੇ ਜਿਹੇ ਪਿੰਡ ਵਿੱਚ ਰਹਿਣ ਵਾਲਾ ਮੁੰਡਾ ਹਾਂ। ਮੇਰੇ ਮਾਤਾ ਪਿਤਾ ਮੈਨੂੰ ਬਚਪਨ ਤੋਂ ਹੀ ਬਹੁਤ ਪਿਆਰ ਕਰਦੇ ਸਨ, ਕਿਉਂਕਿ ਮੈਂ ਉਹਨਾਂ ਦਾ ਇਕਲੌਤਾ ਪੁੱਤਰ ਸੀ। ਮੇਰੀਆਂ 2 ਭੈਣਾਂ ਸਨ ਜਿਨ੍ਹਾਂ ਦਾ ਵਿਆਹ ਹੋ ਚੁੱਕਾ ਸੀ ਅਤੇ ਉਹ ਦੋਵੇਂ ਆਪਣੇ ਸਹੁਰੇ ਘਰ ਬਹੁਤ ਖੁਸ਼ ਸਨ। ਮੈਂ ਮੁੰਬਈ ਵਰਗੇ ਸ਼ਹਿਰ ਵਿੱਚ ਕੰਮ ਕਰਦਾ ਸੀ। ਮੇਰੇ ਮਾਪਿਆਂ ਨੇ ਮੈਨੂੰ ਬਹੁਤ ਪੜ੍ਹਾਇਆ ਲਿਖਾਇਆ, ਕਿਉਂਕਿ ਮੇਰੇ ਪਿਤਾ ਜੀ ਕਹਿੰਦੇ ਸਨ ਕਿ ਮੈਂ ਨਹੀਂ ਚਾਹੁੰਦਾ ਕਿ ਮੇਰਾ ਪੁੱਤਰ ਪਿੰਡ ਦੇ ਲੋਕਾਂ ਵਾਂਗ ਅਨਪੜ੍ਹ ਹੋਵੇ। ਮੇਰੇ ਪਿਤਾ ਜੀ ਪਿੰਡ ਵਿੱਚ ਹੀ ਖੇਤੀ ਕਰਦੇ ਸਨ ਅਤੇ ਆਪਣੀ ਮਿਹਨਤ ਦੀ ਕਮਾਈ ਨਾਲ ਉਹਨਾਂ ਨੇ ਮੈਨੂੰ ਪਾਲਿਆ ਅਤੇ ਜਵਾਨ ਕੀਤਾ। ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਮੈਂ ਮੁੰਬਈ ਸ਼ਿਫਟ ਹੋ ਗਿਆ ਅਤੇ ਉੱਥੇ ਆਪਣਾ ਕੰਮ ਸ਼ੁਰੂ ਕਰ ਦਿੱਤਾ। ਮੁੰਬਈ ਵਿੱਚ ਮੇਰੀ ਬਹੁਤ ਚੰਗੀ ਆਮਦਨ ਸੀ ਅਤੇ ਮੈਂ ਆਪਣੀ ਕਮਾਈ ਨਾਲ ਦੁਨੀਆ ਦੀਆਂ ਸਾਰੀਆਂ ਖੁਸ਼ੀਆਂ ਆਪਣੇ ਮਾਤਾ ਪਿਤਾ ਨੂੰ ਦਿੱਤੀਆਂ ਸਨ। ਮੈਂ ਆਪਣੇ ਮਾਤਾ ਪਿਤਾ ਦੀ ਬਹੁਤ ਇੱਜ਼ਤ ਕਰਦਾ ਸੀ। ਮੈਂ ਉਹਨਾਂ ਨੂੰ ਆਪਣੇ ਕੋਲ ਮੁੰਬਈ ਨਹੀਂ ਬੁਲਾ ਸਕਦਾ ਸੀ, ਕਿਉਂਕਿ ਇਹ ਮੇਰੀ ਵੱਡੀ ਮਜਬੂਰੀ ਸੀ। ਇਸ ਲਈ ਮੈਂ ਉਹਨਾਂ ਨੂੰ ਹਰ ਮਹੀਨੇ ਕਾਫੀ ਪੈਸੇ ਭੇਜਦਾ ਸੀ, ਜਿਸ ਦੀ ਮਦਦ ਨਾਲ ਉਹ ਆਪਣੇ ਖਰਚੇ ਪੂਰੇ ਕਰ ਲੈਂਦੇ ਸਨ। ਉਹਨਾਂ ਨੂੰ ਪਿੰਡ ਵਿੱਚ ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ ਸੀ। ਪਿੰਡ ਵਿੱਚ ਹਰ ਕੋਈ ਮੇਰੀ ਬਹੁਤ ਤਾਰੀਫ ਕਰਦਾ ਸੀ, ਕਿਉਂਕਿ ਮੈਂ ਹੀ ਇਕੱਲਾ ਸੀ ਜਿਸ ਨੇ ਸ਼ਹਿਰ ਜਾ ਕੇ ਆਪਣੇ ਮਾਪਿਆਂ ਨੂੰ ਅਮੀਰ ਬਣਾਇਆ ਸੀ। ਮੈਂ ਹਰ ਮਹੀਨੇ ਵਿੱਚ 3-4 ਦਿਨ ਪਿੰਡ ਆਉਂਦਾ ਹੁੰਦਾ ਸੀ। ਪਿੰਡ ਦੇ ਲੋਕ ਮੇਰੀ ਬਹੁਤ ਇੱਜ਼ਤ ਕਰਦੇ ਸਨ ਅਤੇ ਮੈਨੂੰ ਬਹੁਤ ਸਤਿਕਾਰ ਦਿੰਦੇ ਸਨ। ਮੈਂ ਪਿੰਡ ਦੇ ਗਰੀਬਾਂ ਵਿੱਚ ਕੁਝ ਪੈਸੇ ਬਣਦਾ ਹੁੰਦਾ ਸੀ। ਮੈਂ ਇੱਕ ਦਿਨ ਦੀ ਛੁੱਟੀ ਲੈ ਕੇ ਪਿੰਡ ਆਪਣੇ ਘਰ ਚਲਾ ਗਿਆ। ਜਦੋਂ ਮੈਂ ਉੱਥੇ ਗਿਆ ਤਾਂ ਮੇਰੇ ਮਾਤਾ ਪਿਤਾ ਨੇ ਮੈਨੂੰ ਕੁਝ ਅਜਿਹਾ ਕਿਹਾ ਜਿਸ ਨਾਲ ਮੈਂ ਹੈਰਾਨ ਰਹਿ ਗਿਆ। ਮੇਰੇ ਮਾਪੇ ਮੇਰਾ ਵਿਆਹ ਕਰਨਾ ਚਾਹੁੰਦੇ ਸਨ। ਮੈਨੂੰ ਇਸ ਗੱਲ ਤੇ ਕੋਈ ਇਤਰਾਜ਼ ਨਹੀਂ ਸੀ, ਕਿਉਂਕਿ ਮੈਂ ਇੱਕ ਨਾ ਇੱਕ ਦਿਨ ਵਿਆਹ ਕਰਾਉਣਾ ਹੀ ਸੀ। ਪਰ ਫਿਰ ਉਹਨਾਂ ਨੇ ਮੈਨੂੰ ਬਹੁਤ ਵੱਡੀ ਗੱਲ ਦੱਸੀ, ਜਿਸ ਨੂੰ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਇਹ ਹਰ ਕਿਸੇ ਲਈ ਇੰਨੀ ਵੱਡੀ ਗੱਲ ਨਹੀਂ ਹੋ ਸਕਦੀ, ਪਰ ਮੇਰੇ ਲਈ ਇਹ ਬਹੁਤ ਵੱਡੀ ਗੱਲ ਸੀ। ਮੇਰੀ ਮਾਂ ਮੇਰੇ ਕੋਲ ਆ ਕੇ ਬੈਠ ਗਈ ਅਤੇ ਉਹ ਮੈਨੂੰ ਕਹਿਣ ਲੱਗੀ, ਬੇਟਾ, ਅਸੀਂ ਤੇਰਾ ਵਿਆਹ ਕਰਨਾ ਚਾਹੁੰਦੇ ਹਾਂ। ਮਾਂ ਦੀ ਗੱਲ ਸੁਣ ਕੇ ਮੈਂ ਖੁਸ਼ ਹੋ ਗਿਆ। ਮੈਂ ਕਿਹਾ, ਹਾਂ, ਤੁਸੀਂ ਪਹਿਲਾਂ ਮੇਰੇ ਲਈ ਲੜਕੀ ਤਾਂ ਲੱਭੋ, ਫਿਰ ਉਸ ਤੋਂ ਬਾਅਦ ਮੈਂ ਵਿਆਹ ਕਰਵਾ ਲਵਾਂਗਾ। ਮੈਂ ਸੋਚਦਾ ਸੀ ਕਿ ਜਦੋਂ ਵੀ ਮੇਰੇ ਘਰ ਵਾਲੇ ਮੇਰੇ ਵਿਆਹ ਦੀ ਗੱਲ ਕਰਨਗੇ ਤਾਂ ਮੈਂ ਆਪਣੇ ਮਾਤਾ ਪਿਤਾ ਨੂੰ ਸ਼ਹਿਰ ਬੁਲਾਵਾਂਗਾ ਅਤੇ ਉਹਨਾਂ ਨੂੰ ਮੁੰਬਈ ਵਿੱਚ ਮੇਰੇ ਲਈ ਕੋਈ ਚੰਗੀ ਕੁੜੀ ਲੱਭ ਕੇ ਮੇਰਾ ਵਿਆਹ ਕਰਨ ਲਈ ਕਹਾਂਗਾ। ਪਰ ਮੇਰੀ ਮਾਂ ਨੇ ਮੈਨੂੰ ਅਜਿਹੀ ਗੱਲ ਦੱਸੀ ਜਿਸ ਨੂੰ ਸੁਣ ਕੇ ਮੈਂ ਹੈਰਾਨ ਰਹਿ ਗਿਆ। ਮੇਰੇ ਮਾਤਾ ਪਿਤਾ ਨੇ ਮੇਰੇ ਲਈ ਉਸੇ ਪਿੰਡ ਦੀ ਇੱਕ ਅਨਪੜ੍ਹ ਕੁੜੀ ਨੂੰ ਪਸੰਦ ਕੀਤਾ ਸੀ। ਮਾਂ ਨੇ ਦੱਸਿਆ ਕਿ ਅਸੀਂ ਤੁਹਾਡੇ ਲਈ ਪਹਿਲਾਂ ਹੀ ਇੱਕ ਕੁੜੀ ਲੱਭ ਲਈ ਹੈ। ਤੁਹਾਨੂੰ ਯਾਦ ਹੈ ਕਿ ਤੁਹਾਡੇ ਪਿਤਾ ਦਾ ਇੱਕ ਦੋਸਤ ਹੁੰਦਾ ਸੀ। ਮੈਂ ਉਸਦੀ ਧੀ ਰੀਆ ਬਾਰੇ ਸੁਣ ਕੇ ਹੈਰਾਨ ਰਹਿ ਗਿਆ, ਕਿਉਂਕਿ ਮੈਂ ਰੀਆ ਨਾਲ ਵਿਆਹ ਨਹੀਂ ਕਰਨਾ ਚਾਹੁੰਦਾ ਸੀ। ਮੈਂ ਰੀਆ ਨੂੰ ਦੇਖਿਆ ਸੀ। ਰੀਆ ਬਹੁਤ ਕਾਲੀ ਅਤੇ ਬਦਸੂਰਤ ਲੱਗਦੀ ਸੀ। ਮਾਤਾ ਜੀ ਨੇ ਦੱਸਿਆ ਕਿ ਜਦੋਂ ਤੁਹਾਡੇ ਪਿਤਾ ਦਾ ਦੋਸਤ ਆਖਰੀ ਸਾਹ ਲੈ ਰਿਹਾ ਸੀ, ਉਸ ਨੂੰ ਆਪਣੀ ਧੀ ਲਈ ਬਹੁਤ ਤਰਸ ਆ ਰਿਹਾ ਸੀ, ਕਿਉਂਕਿ ਉਸ ਗਰੀਬ ਲੜਕੀ ਦਾ ਇਸ ਸੰਸਾਰ ਵਿੱਚ ਕੋਈ ਨਹੀਂ ਸੀ। ਉਹਨਾਂ ਨੇ ਕਿਹਾ ਕਿ ਜੇਕਰ ਮੈਂ ਇਸ ਦੁਨੀਆ ਤੋਂ ਚਲਾ ਗਿਆ, ਮੇਰੀ ਬੇਟੀ ਦੀ ਦੇਖਭਾਲ ਕੌਣ ਕਰੇਗਾ। ਫਿਰ ਤੇਰੇ ਪਿਤਾ ਜੀ ਨੇ ਆਪਣੇ ਦੋਸਤ ਨਾਲ ਵਾਅਦਾ ਕੀਤਾ ਕਿ ਮੈਂ ਤੇਰੀ ਧੀ ਨੂੰ ਆਪਣੇ ਪੁੱਤਰ ਦੀ ਪਤਨੀ ਬਣਾ ਕੇ ਆਪਣੇ ਘਰ ਰੱਖਾਂਗਾ। ਇਸ ਬਾਰੇ ਚਿੰਤਾ ਨਾ ਕਰੋ। ਇਹ ਸੁਣ ਕੇ ਤੇਰੇ ਪਿਤਾ ਜੀ ਦੇ ਦੋਸਤ ਨੇ ਵੀ ਸੁੱਖ ਦਾ ਸਾਹ ਲਿਆ। ਇਸ ਲਈ ਹੁਣ ਅਸੀਂ ਚਾਹੁੰਦੇ ਹਾਂ ਕਿ ਰੀਆ ਜਲਦੀ ਤੋਂ ਜਲਦੀ ਸਾਡੇ ਘਰ ਆ ਜਾਵੇ, ਤਾਂ ਜੋ ਤੁਹਾਡੇ ਪਿਤਾ ਦੁਆਰਾ ਆਪਣੇ ਦੋਸਤ ਨਾਲ ਕੀਤਾ ਵਾਅਦਾ ਵੀ ਪੂਰਾ ਹੋ ਸਕੇ। ਮੈਂ ਬਹੁਤ ਦੁਖੀ ਸੀ ਕਿ ਮੇਰੇ ਪਿਤਾ ਜੀ ਨੇ ਇਹ ਕੀ ਕੀਤਾ। ਮੈਂ ਸ਼ਹਿਰ ਦੀ ਕਿਸੇ ਕੁੜੀ ਨਾਲ ਵਿਆਹ ਕਰਨਾ ਚਾਹੁੰਦਾ ਸੀ, ਕਿਉਂਕਿ ਮੈਂ ਕਾਫੀ ਸਮੇਂ ਤੋਂ ਮੁੰਬਈ ਵਿੱਚ ਰਹਿ ਰਿਹਾ ਸੀ ਅਤੇ ਮੈਨੂੰ ਉੱਥੋਂ ਦੀਆਂ ਸੁਨੱਖੀਆਂ ਕੁੜੀਆਂ ਬਹੁਤ ਪਸੰਦ ਸਨ। ਪਿੰਡ ਵਿੱਚ ਜ਼ਿਆਦਾਤਰ ਸਿਰਫ ਅਨਪੜ੍ਹ ਅਤੇ ਕਾਲੀਆਂ ਕੁੜੀਆਂ ਹੀ ਸਨ, ਜੋ ਪੜ੍ਹਨਾ ਲਿਖਣਾ ਵੀ ਨਹੀਂ ਜਾਣਦੀਆਂ ਸਨ। ਮੈਂ ਪੜ੍ਹਿਆ ਲਿਖਿਆ, ਹੁਸ਼ਿਆਰ ਅਤੇ ਖੂਬਸੂਰਤ ਲੜਕਾ ਸੀ ਅਤੇ ਮੈਨੂੰ ਮੇਰੇ ਵਰਗੀ ਸੋਹਣੀ ਅਤੇ ਚੁਸਤ ਕੁੜੀ ਚਾਹੀਦੀ ਸੀ। ਪਰ ਮੇਰੇ ਮਾਤਾ ਪਿਤਾ ਨੇ ਮੇਰੀਆਂ ਸਾਰੀਆਂ ਇੱਛਾਵਾਂ ਤੇ ਪਾਣੀ ਫੇਰ ਦਿੱਤਾ। ਮੈਂ ਆਪਣੇ ਮਾਪਿਆਂ ਦਾ ਬਹੁਤਾ ਕਹਿਣਾ ਮੰਨਦਾ ਸੀ ਅਤੇ ਉਹਨਾਂ ਦਾ ਬਹੁਤ ਆਗਿਆਕਾਰੀ ਪੁੱਤਰ ਸੀ। ਇਸ ਲਈ ਮੈਂ ਕਿਸੇ ਤਰ੍ਹਾਂ ਵਿਆਹ ਲਈ ਰਾਜੀ ਹੋ ਗਿਆ। ਪਰ ਮੈਂ ਇਸ ਵਿਆਹ ਤੋਂ ਬਿਲਕੁਲ ਵੀ ਖੁਸ਼ ਨਹੀਂ ਸੀ। ਜਲਦੀ ਹੀ 1 ਮਹੀਨੇ ਦੇ ਅੰਦਰ ਮੇਰਾ ਵਿਆਹ ਹੋ ਗਿਆ। ਫਿਰ ਮੈਨੂੰ ਜਲਦੀ ਤੋਂ ਜਲਦੀ ਮੁੰਬਈ ਵਾਪਸ ਜਾਣਾ ਪੈਣਾ ਸੀ। ਮੇਰੇ ਵਿਆਹ ਨੂੰ ਅਜੇ 20 ਦਿਨ ਹੀ ਹੋਏ ਸਨ। ਇਹ 20 ਦਿਨ ਮੈਨੂੰ 1 ਸਾਲ ਵਾਂਗ ਲੱਗਦੇ ਸਨ। ਮੈਂ ਇਸ ਵਿਆਹ ਤੋਂ ਬਿਲਕੁਲ ਵੀ ਖੁਸ਼ ਨਹੀਂ ਸੀ।
ਹਰ ਪਲ ਮੇਰਾ ਦਮ ਘੁੱਟ ਰਿਹਾ ਸੀ ਅਤੇ ਇਸ ਮੁਸੀਬਤ ਵਿੱਚੋਂ ਨਿਕਲਣ ਲਈ ਮੈਨੂੰ ਜਲਦੀ ਤੋਂ ਜਲਦੀ ਸ਼ਹਿਰ ਵਾਪਸ ਜਾਣਾ ਪੈਣਾ ਸੀ। ਜਿਉਂ ਹੀ ਵਿਆਹ ਦੇ 20 ਦਿਨ ਪੂਰੇ ਹੋਏ ਤਾਂ 21ਵੇਂ ਦਿਨ ਮੈਂ ਆਪਣੇ ਜਾਣ ਲਈ ਤਿਆਰੀ ਸ਼ੁਰੂ ਕਰ ਦਿੱਤੀ ਅਤੇ ਮੈਂ ਵੀ ਸਵੇਰੇ ਜਲਦੀ ਉੱਠ ਕੇ ਸ਼ਹਿਰ ਨੂੰ ਤੁਰਨ ਲੱਗਾ, ਕਿਉਂਕਿ ਹੁਣ ਮੇਰੇ ਪਿਤਾ ਦਾ ਆਪਣੇ ਮਰਹੂਮ ਦੋਸਤ ਦੀ ਧੀ ਨਾਲ ਮੇਰਾ ਵਿਆਹ ਕਰਵਾਉਣ ਦਾ ਵਾਅਦਾ ਪੂਰਾ ਹੋ ਗਿਆ ਸੀ। ਰੀਆ ਮੇਰੇ ਤੋਂ ਉਮਰ ਵਿੱਚ 6 ਸਾਲ ਵੱਡੀ ਸੀ। ਮੈਨੂੰ ਉਸ ਵੱਲ ਦੇਖ ਕੇ ਗੁੱਸਾ ਆਉਂਦਾ ਸੀ, ਕਿਉਂਕਿ ਉਸ ਵਰਗੀ ਬਦਸੂਰਤ ਕੁੜੀ ਮੇਰੇ ਲਾਇਕ ਨਹੀਂ ਸੀ। ਮੈਂ ਵੀ ਆਪਣੇ ਕਿਸੇ ਦੋਸਤ ਨੂੰ ਵਿਆਹ ਵਿੱਚ ਇਸ ਲਈ ਨਹੀਂ ਬੁਲਾਇਆ ਕਿਉਂਕਿ ਮੇਰੇ ਮੁੰਬਈ ਵਾਲੇ ਦੋਸਤ ਮੇਰਾ ਮਜ਼ਾਕ ਉਡਾਉਂਦੇ। ਮੈਂ ਬਹੁਤ ਸੁੰਦਰ ਸੀ, ਇਸ ਕਰਕੇ ਮੇਰੀ ਬਦਸੂਰਤ ਪਤਨੀ ਨੂੰ ਦੇਖ ਕੇ ਮੇਰੇ ਦੋਸਤ ਮੈਨੂੰ ਬਹੁਤ ਬੇਇੱਜ਼ਤ ਕਰਦੇ। ਜਦੋਂ ਮੈਂ ਘਰੋਂ ਨਿਕਲਣ ਲੱਗਾ ਤਾਂ ਰੀਆ ਮੇਰੇ ਸਾਹਮਣੇ ਹੱਥ ਜੋੜ ਕੇ ਮੈਨੂੰ ਇੰਨੀ ਜਲਦੀ ਵਾਪਸ ਜਾਣ ਤੋਂ ਰੋਕਣ ਲੱਗੀ ਤੇ ਕਹਿਣ ਲੱਗੀ ਕਿ ਸਾਡੇ ਵਿਆਹ ਨੂੰ ਹਜੇ ਦਿਨ ਹੀ ਕਿੰਨੇ ਹੋਏ ਹਨ। ਮੈਂ ਤੁਹਾਡੇ ਨਾਲ ਕੁਝ ਹੋਰ ਸਮਾਂ ਬਿਤਾਉਣਾ ਚਾਹੁੰਦੀ ਹਾਂ। ਮੈਨੂੰ ਆਪਣੀ ਪਤਨੀ ਬਿਲਕੁਲ ਵੀ ਪਸੰਦ ਨਹੀਂ ਸੀ। ਜਦੋਂ ਉਹ ਬੋਲਦੀ ਸੀ ਤਾਂ ਮੈਨੂੰ ਬੁਰਾ ਲੱਗਦਾ ਸੀ। ਮੈਂ ਉਸ ਨੂੰ ਇਸ ਘਰੋਂ ਬਾਹਰ ਕੱਢਣਾ ਚਾਹੁੰਦਾ ਸੀ, ਪਰ ਮੈਂ ਉਸ ਨੂੰ ਘਰੋਂ ਵੀ ਨਹੀਂ ਕੱਢ ਸਕਦਾ ਸੀ ਕਿਉਂਕਿ ਉਹ ਮੇਰੇ ਪਿਤਾ ਜੀ ਦੇ ਦੋਸਤ ਦੀ ਧੀ ਸੀ। ਮੈਂ ਬਹੁਤ ਚਾਹੁੰਦਾ ਸੀ ਕਿ ਉਹ ਮੇਰੀਆਂ ਅੱਖਾਂ ਤੋਂ ਦੂਰ ਚਲੀ ਜਾਵੇ ਤਾਂ ਜੋ ਮੈਨੂੰ ਉਸ ਦਾ ਚਿਹਰਾ ਨਾ ਦੇਖਣਾ ਪਵੇ। ਇਹ ਸੰਭਵ ਨਹੀਂ ਸੀ ਕਿਉਂਕਿ ਉਹ ਮੇਰੀ ਪਤਨੀ ਬਣ ਕੇ ਮੇਰੇ ਘਰ ਆਈ ਸੀ, ਇਸ ਲਈ ਉਹ ਇਹ ਘਰ ਨਹੀਂ ਛੱਡ ਸਕਦੀ ਸੀ। ਪਰ ਘੱਟੋ ਘੱਟ ਮੈਂ ਇਹ ਘਰ ਛੱਡ ਸਕਦਾ ਸੀ ਅਤੇ ਮੈਂ ਉਸ ਨੂੰ ਛੱਡ ਕੇ ਸ਼ਹਿਰ ਜਾ ਸਕਦਾ ਸੀ ਕਿਉਂਕਿ ਮੈਂ ਸ਼ਹਿਰ ਵਿੱਚ ਹੀ ਕੰਮ ਕਰਦਾ ਸੀ। ਮੈਂ ਆਪਣੇ ਮਾਤਾ ਪਿਤਾ ਦੇ ਕਹਿਣ ਤੇ ਜ਼ਹਿਰ ਦਾ ਇਹ ਕੌੜਾ ਘੁੱਟ ਪੀ ਲਿਆ, ਪਰ ਮੈਂ ਆਪਣੀ ਨਵੀਂ ਪਤਨੀ ਰੀਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਅਤੇ ਨਾ ਹੀ ਮੈਂ ਉਸ ਨਾਲ ਬਹੁਤੀ ਗੱਲ ਕੀਤੀ। ਉਹ ਮੇਰੇ ਨਾਲ ਗੱਲ ਕਰਨ ਦੀ ਬਹੁਤ ਕੋਸ਼ਿਸ਼ ਕਰਦੀ ਸੀ, ਪਰ ਮੈਂ ਉਸ ਵੱਲ ਕਦੇ ਧਿਆਨ ਨਹੀਂ ਦਿੱਤਾ। ਇਹਨਾਂ 20 ਦਿਨਾਂ ਦੌਰਾਨ ਮੇਰੀ ਉਸ ਪ੍ਰਤੀ ਨਫ਼ਰਤ ਹੋਰ ਵੀ ਵੱਧ ਗਈ ਸੀ ਅਤੇ ਮੈਂ ਉਸ ਨੂੰ ਸਾਫ਼-ਸਾਫ਼ ਕਹਿ ਦਿੱਤਾ ਸੀ ਕਿ ਮੇਰਾ ਵੀ ਇੰਨੀ ਜਲਦੀ ਸ਼ਹਿਰ ਵਾਪਸ ਜਾਣ ਦਾ ਕੋਈ ਇਰਾਦਾ ਨਹੀਂ ਸੀ। ਪਰ ਮੈਂ ਤੁਹਾਡਾ ਚਿਹਰਾ ਹੋਰ ਨਹੀਂ ਦੇਖ ਸਕਦਾ, ਤੇਰਾ ਕਾਲਾ ਰੰਗ ਮੈਨੂੰ ਡਰਾਉਂਦਾ ਹੈ। ਮੈਂ ਉਸ ਨੂੰ ਮਨਹੂਸ ਕਿਹਾ ਸੀ। ਮੇਰੀਆਂ ਇਹ ਗੱਲਾਂ ਸੁਣ ਕੇ ਉਹ ਪੂਰੀ ਤਰ੍ਹਾਂ ਫਿੱਕੀ ਪੈ ਗਈ। ਫਿਰ ਅੱਖਾਂ ਵਿੱਚ ਹੰਝੂ ਲੈ ਕੇ ਉਸਨੇ ਕਿਹਾ ਕਿ ਮੈਂ ਤੁਹਾਡੇ ਬਿਨਾਂ ਨਹੀਂ ਰਹਿ ਸਕਦੀ। ਮੈਂ ਉਸ ਨੂੰ ਪੁੱਛਿਆ ਕਿ ਤੁਹਾਨੂੰ ਪਿਛਲੇ 20 ਦਿਨਾਂ ਵਿੱਚ ਹੀ ਮੇਰੇ ਨਾਲ ਰਹਿਣ ਦੀ ਆਦਤ ਪੈ ਗਈ ਹੈ ਤਾਂ ਉਹ ਰੋਣ ਲੱਗ ਪਈ ਅਤੇ ਕਹਿਣ ਲੱਗੀ, ਤੁਸੀਂ ਮੇਰੇ ਪਤੀ ਹੋ ਅਤੇ ਮੈਂ ਤੁਹਾਨੂੰ ਪਿਆਰ ਕਰਨ ਲੱਗ ਪਈ ਹਾਂ। ਮੈਂ ਉਸ ਦੀ ਇਸ ਗੱਲ ਤੇ ਹੱਸਣ ਲੱਗਾ ਅਤੇ ਕਿਹਾ, ਕਿਸੇ ਨੂੰ 20 ਦਿਨਾਂ ਵਿੱਚ ਹੀ ਕਿਸੇ ਨਾਲ ਪਿਆਰ ਹੋ ਜਾਂਦਾ ਹੈ। ਇਹ ਨਾ ਸੋਚੋ ਕਿ ਤੁਸੀਂ ਕਦੇ ਮੇਰਾ ਪਿਆਰ ਪਾ ਸਕੋਗੇ। ਮੈਨੂੰ ਤੁਹਾਡੀ ਸ਼ਕਲ ਤੋਂ ਨਫ਼ਰਤ ਹੈ। ਮੈਨੂੰ ਉਸ ਦੀਆਂ ਗੱਲਾਂ ਤੇ ਬਹੁਤ ਹਾਸਾ ਆ ਰਿਹਾ ਸੀ ਕਿ ਕਾਲੇ ਰੰਗ ਦੀ ਇਹ ਕੁੜੀ ਮੇਰੇ ਵਰਗੇ ਹੁਸ਼ਿਆਰ ਅਤੇ ਸੁੰਦਰ ਮੁੰਡੇ ਨਾਲ ਰਹਿਣ ਦੇ ਸੁਪਨੇ ਲੈ ਰਹੀ ਹੈ ਅਤੇ ਮੇਰਾ ਪਿਆਰ ਪਾਉਣ ਲਈ ਤਰਸ ਰਹੀ ਹੈ। ਖੈਰ, ਇਸ ਵਿੱਚ ਰੀਆ ਦਾ ਵੀ ਕਸੂਰ ਨਹੀਂ ਸੀ। ਸ਼ਾਇਦ ਉਹ ਇਹ ਸਭ ਸੁਪਨੇ ਮੇਰੇ ਕਾਰਨ ਦੇਖ ਰਹੀ ਸੀ ਕਿਉਂਕਿ ਮੈਂ ਵਿਆਹ ਦੀ ਪਹਿਲੀ ਰਾਤ ਹੀ ਭਾਵਨਾਵਾਂ ਵਿੱਚ ਬਹਿ ਗਿਆ ਸੀ ਅਤੇ ਮੈਂ ਆਪਣੀ ਸੁਹਾਗ ਰਾਤ ਰੀਆ ਨਾਲ ਮਨਾ ਲਈ ਸੀ ਕਿਉਂਕਿ ਮੈਂ ਆਪਣੇ ਆਪ ਤੇ ਕਾਬੂ ਨਹੀਂ ਰੱਖ ਸਕਿਆ ਅਤੇ ਇਹ ਮੇਰੀ ਗਲਤੀ ਸੀ। ਪਰ ਹੁਣ ਮੈਂ ਰੀਆ ਨੂੰ ਹੋਰ ਬਰਦਾਸ਼ਤ ਨਹੀਂ ਕਰ ਸਕਦਾ ਸੀ। ਜਦੋਂ ਮੰਮੀ ਡੈਡੀ ਨੂੰ ਪਤਾ ਲੱਗਾ ਕਿ ਮੈਂ ਵਾਪਸ ਸ਼ਹਿਰ ਜਾ ਰਿਹਾ ਹਾਂ ਤਾਂ ਉਹ ਦੋਵੇਂ ਮੇਰੇ ਕੋਲ ਆਏ ਅਤੇ ਮੈਨੂੰ ਸਮਝਾ ਰਹੇ ਸਨ ਕਿ ਤੇਰੇ ਵਿਆਹ ਨੂੰ ਕੁਝ ਦਿਨ ਹੀ ਤਾਂ ਹੋਏ ਹਨ ਅਤੇ ਤੂੰ ਆਪਣੀ ਪਤਨੀ ਨੂੰ ਛੱਡ ਕੇ ਜਾ ਰਿਹਾ ਹੈ। ਮੈਂ ਆਪਣੇ ਪਿਤਾ ਜੀ ਦੀ ਗੱਲ ਸੁਣ ਰਿਹਾ ਸੀ ਕਿਉਂਕਿ ਮੈਂ ਉਹਨਾਂ ਦਾ ਬਹੁਤ ਆਗਿਆਕਾਰੀ ਪੁੱਤਰ ਸੀ। ਮੇਰੇ ਪਿਤਾ ਜੀ ਮੇਰੀ ਬਹੁਤ ਤਾਰੀਫ ਕਰਦੇ ਸਨ ਕਿ ਮੈਂ ਉਹਨਾਂ ਦੀ ਹਰ ਗੱਲ ਮੰਨਦਾ ਸੀ ਅਤੇ ਮੈਂ ਇਹ ਵੀ ਨਹੀਂ ਚਾਹੁੰਦਾ ਸੀ ਕਿ ਮੇਰੇ ਪਿਤਾ ਜੀ ਮੇਰੇ ਕਾਰਨ ਦੁਖੀ ਹੋਣ। ਮੈਂ ਪਿਤਾ ਜੀ ਨੂੰ ਕੰਮ ਦਾ ਬਹਾਨਾ ਬਣਾ ਕੇ ਸ਼ਹਿਰ ਜਾਣ ਦੀ ਇਜਾਜ਼ਤ ਦੇਣ ਲਈ ਕਿਹਾ। ਜੇਕਰ ਮੈਂ ਜਲਦੀ ਸ਼ਹਿਰ ਨਾ ਗਿਆ ਤਾਂ ਉੱਥੇ ਮੇਰੇ ਕੰਮ ਵਿੱਚ ਰੁਕਾਵਟ ਆ ਸਕਦੀ ਹੈ। ਮੈਂ ਇੱਥੇ ਜ਼ਿਆਦਾ ਦੇਰ ਤੱਕ ਨਹੀਂ ਰਹਿ ਸਕਦਾ। ਮੇਰੇ ਪਿਤਾ ਨੇ ਮੈਨੂੰ ਜਾਣ ਦੀ ਇਜਾਜ਼ਤ ਦੇ ਦਿੱਤੀ, ਪਰ ਨਾਲ ਹੀ ਉਹਨਾਂ ਨੇ ਮੈਨੂੰ ਇਹ ਵੀ ਕਿਹਾ ਕਿ ਉਹ ਕੁਝ ਦਿਨਾਂ ਬਾਅਦ ਆਪਣੀ ਪਤਨੀ ਨੂੰ ਆਪਣੇ ਨਾਲ ਮੁੰਬਈ ਲੈ ਜਾਵੇ। ਜੇ ਉਹ ਸ਼ਹਿਰ ਦਾ ਮਾਹੌਲ ਦੇਖ ਲਵੇ ਤਾਂ ਉਹ ਖੁਸ਼ ਹੋ ਜਾਵੇਗੀ। ਮੇਰੇ ਪਿਤਾ ਜੀ ਨੂੰ ਆਪਣੇ ਮਿਹਨਤੀ ਪੁੱਤਰ ਤੇ ਮਾਣ ਹੋ ਰਿਹਾ ਸੀ, ਪਰ ਮੈਂ ਕਦੇ ਵੀ ਰੀਆ ਨੂੰ ਆਪਣੇ ਨਾਲ ਕਿਸੇ ਵੀ ਸਥਿਤੀ ਵਿੱਚ ਮੁੰਬਈ ਨਹੀਂ ਲੈ ਕੇ ਜਾਣਾ ਸੀ। ਫਿਲਹਾਲ ਮੈਨੂੰ ਇਸ ਘਰ ਤੋਂ ਬਾਹਰ ਨਿਕਲ ਕੇ ਆਪਣੀ ਜਾਨ ਬਚਾਉਣੀ ਪਈ। ਜਦੋਂ ਮੈਂ ਘਰੋਂ ਨਿਕਲਿਆ ਤਾਂ ਰੀਆ ਕੱਪੜੇ ਸੁਕਾਉਣ ਲਈ ਛੱਤ ਤੇ ਗਈ ਸੀ। ਮੈਂ ਉਸ ਨੂੰ ਬਿਨਾਂ ਦੱਸੇ ਘਰ ਛੱਡ ਆਇਆ ਸੀ। ਘਰੋਂ ਨਿਕਲਦਿਆਂ ਹੀ ਮੈਂ ਡੂੰਘਾ ਸਾਹ ਲਿਆ। ਅਸਲੀਅਤ ਇਹ ਸੀ ਕਿ ਮੈਂ ਪਿੰਡ ਦੇ ਮਾਹੌਲ ਵਿੱਚ ਘੁਟਨ ਮਹਿਸੂਸ ਕਰ ਰਿਹਾ ਸੀ। ਮੈਨੂੰ ਸ਼ਹਿਰ ਦੀ ਰੌਣਕ ਅਤੇ ਹਲਚਲ ਪਸੰਦ ਸੀ। ਜੇ ਮੈਂ ਚਾਹੁੰਦਾ ਤਾਂ ਆਪਣੇ ਪਿੰਡ
ਵਿੱਚ ਹੀ ਆਪਣਾ ਕਾਰੋਬਾਰ ਸ਼ੁਰੂ ਕਰ ਸਕਦਾ ਸੀ, ਕਿਉਂਕਿ ਮੇਰੇ ਕੋਲ ਪੈਸੇ ਦੀ ਕੋਈ ਕਮੀ ਨਹੀਂ ਸੀ। ਪਰ ਮੈਨੂੰ ਪਿੰਡ ਵਿੱਚ ਕੰਮ ਕਰਨਾ ਬਿਲਕੁਲ ਵੀ ਪਸੰਦ ਨਹੀਂ ਸੀ ਅਤੇ ਮੈਂ ਕਿਸੇ ਤਰ੍ਹਾਂ ਸ਼ਹਿਰ ਵਿੱਚ ਕੰਮ ਕਰਨ ਵਿੱਚ ਕਾਮਯਾਬ ਹੋ ਗਿਆ ਅਤੇ ਉੱਥੇ ਸ਼ਿਫਟ ਹੋ ਗਿਆ। ਮੈਂ ਪਿੰਡ ਵਿੱਚ ਸਿਰਫ ਨਾਮ ਦਾ ਹੀ ਆਉਂਦਾ ਜਾਂਦਾ ਸੀ, ਕਿਉਂਕਿ ਮੈਂ ਇੱਥੇ ਆ ਕੇ ਆਪਣੇ ਮਾਤਾ ਪਿਤਾ ਦੀ ਦੇਖਭਾਲ ਕਰਨੀ ਸੀ। ਮੇਰਾ ਕੋਈ ਹੋਰ ਭਰਾ ਨਹੀਂ ਸੀ, ਇਸ ਲਈ ਮੈਂ ਉਹਨਾਂ ਬਾਰੇ ਬਹੁਤ ਚਿੰਤਤ ਸੀ ਅਤੇ ਮੈਂ ਉਹਨਾਂ ਨੂੰ ਆਪਣੇ ਨਾਲ ਮੁੰਬਈ ਵੀ ਨਹੀਂ ਲੈ ਜਾ ਸਕਦਾ ਸੀ। ਜਿਵੇਂ ਹੀ ਮੈਂ 에ਅਰਪੋਰਟ ਤੇ ਉਤਰਿਆ, ਬਾਡੀਗਾਰਡ ਮੇਰੀ ਮਹਿੰਗੀ ਕਾਰ ਲੈ ਕੇ ਪਹੁੰਚ ਗਏ, ਕਿਉਂਕਿ ਮੇਰਾ ਕੰਮ ਅਜਿਹਾ ਸੀ ਕਿ ਮੈਨੂੰ ਸੁਰੱਖਿਆ ਦੀ ਲੋੜ ਸੀ। ਜੇ ਮੇਰੇ ਪਿਤਾ ਜੀ ਨੂੰ ਪਤਾ ਹੁੰਦਾ ਕਿ ਉਹਨਾਂ ਦਾ ਲਾਡਲਾ ਅਤੇ ਇਕਲੌਤਾ ਪੁੱਤਰ ਕਿਹੜਾ ਕੰਮ ਕਰ ਰਿਹਾ ਹੈ ਤਾਂ ਉਹਨਾਂ ਨੇ ਇਹ ਸੁਣਦੇ ਹੀ ਰੱਬ ਨੂੰ ਪਿਆਰਾ ਹੋ ਜਾਣਾ ਸੀ। ਮੇਰੇ ਪਿਤਾ ਜੀ ਇੱਕ ਸਧਾਰਨ ਅਤੇ ਇਮਾਨਦਾਰ ਵਿਅਕਤੀ ਸਨ, ਜਿਨ੍ਹਾਂ ਨੇ ਕਦੇ ਕਿਸੇ ਨੂੰ ਧੋਖਾ ਨਹੀਂ ਦਿੱਤਾ ਸੀ। ਅਸਲ ਵਿੱਚ ਉਹਨਾਂ ਨੂੰ ਇਸ ਬਾਰੇ ਪਤਾ ਵੀ ਨਹੀਂ ਸੀ। ਅਤੇ ਇਸੇ ਤਰ੍ਹਾਂ ਮੇਰੀ ਮਾਂ ਇੱਕ ਬਹੁਤ ਹੀ ਸਧਾਰਨ ਅਤੇ ਸੰਸਕ੍ਰਿਤ ਔਰਤ ਸੀ ਅਤੇ ਜਿੱਥੋਂ ਤੱਕ ਮੇਰੀ ਪਤਨੀ ਦਾ ਸੰਬੰਧ ਹੈ, ਮੈਨੂੰ ਉਸ ਦੀ ਕੋਈ ਪਰਵਾਹ ਨਹੀਂ ਸੀ। ਮੈਂ ਪੁਰਾਣੇ ਵਿਚਾਰਾਂ ਵਾਲੀ ਪਤਨੀ ਵੀ ਨਹੀਂ ਚਾਹੁੰਦਾ ਸੀ। ਇੱਥੇ ਸ਼ਹਿਰ ਵਿੱਚ ਮੇਰੀ ਕਈ ਸੁੰਦਰ ਕੁੜੀਆਂ ਨਾਲ ਦੋਸਤੀ ਸੀ, ਫਿਰ ਰੀਆ ਪਿੰਡ ਦੀ ਕਾਲੀ ਤੇ ਅਨਪੜ੍ਹ ਕੁੜੀ ਮੈਨੂੰ ਪਸੰਦ ਕਿਵੇਂ ਆ ਸਕਦੀ ਸੀ। ਸ਼ਹਿਰ ਵਿੱਚ ਮੇਰਾ ਇੱਕ ਨਾਮ ਸੀ ਅਤੇ ਇੱਕ ਵੱਖਰੀ ਪਛਾਣ ਸੀ। ਮੇਰੇ ਸਾਹਮਣੇ ਵੱਡੇ ਵੱਡੇ ਠੇਕੇਦਾਰ ਵੀ ਪਾਣੀ ਭਰਦੇ ਸਨ ਅਤੇ ਪੁਲਿਸ ਤਾਂ ਛੱਡੋ, ਇਲਾਕੇ ਦੇ ਵੱਡੇ ਵੱਡੇ ਤਸਕਰ ਵੀ ਮੇਰੇ ਤੋਂ ਡਰਦੇ ਸਨ। ਹਾਂ, ਮੈਂ ਇੱਕ ਜਾਣਿਆ ਪਛਾਣਿਆ ਅਤੇ ਬਹੁਤਾ ਵੱਡਾ ਗੁੰਡਾ ਸੀ। ਇੱਥੇ ਆ ਕੇ ਮੈਂ ਰੀਆ ਨੂੰ ਭੁੱਲ ਗਿਆ ਸੀ ਅਤੇ ਆਪਣੇ ਕੰਮ ਵਿੱਚ ਰੁੱਝ ਗਿਆ। ਮੈਂ ਆਪਣੇ ਨਵੇਂ ਤਰੀਕਿਆਂ ਨਾਲ ਕੰਮ ਕਰਦਾ ਰਿਹਾ। ਮੇਰਾ ਮੁੰਬਈ ਵਿੱਚ ਇੱਕ ਬਹੁਤ ਵੱਡਾ ਫਲੈਟ ਸੀ, ਜਿਸ ਵਿੱਚ ਮੈਂ ਰਹਿੰਦਾ ਸੀ। ਇੱਕ ਦਿਨ ਮੈਂ ਭੇਸ਼ ਬਦਲ ਕੇ ਕਾਲਜ ਦੇ ਬਾਹਰ ਖੜਾ ਸੀ ਅਤੇ ਆਪਣੇ ਸ਼ਿਕਾਰ ਨੂੰ ਲੱਭ ਰਿਹਾ ਸੀ, ਕਿਉਂਕਿ ਮੇਰਾ ਕੰਮ ਕਾਲਜ ਦੇ ਲੜਕੇ ਅਤੇ ਲੜਕੀਆਂ ਨੂੰ ਆਪਣੇ ਕੰਮ ਵਿੱਚ ਫਸਾਉਣਾ ਸੀ। ਇਸ ਉਮਰ ਵਿੱਚ ਹਰ ਕੋਈ ਬਹੁਤ ਸਾਰਾ ਪੈਸਾ ਕਮਾਉਣਾ ਅਤੇ ਆਪਣੇ ਮਾਤਾ ਪਿਤਾ ਦਾ ਸਹਾਰਾ ਬਣਨਾ ਚਾਹੁੰਦਾ ਹੈ। ਮੈਂ ਲੜਕਿਆਂ ਅਤੇ ਲੜਕੀਆਂ ਨੂੰ ਨਸ਼ੇ ਦਾ ਆਦੀ ਬਣਾਉਂਦਾ ਸੀ ਤਾਂ ਜੋ ਉਹ ਮੇਰੇ ਤੋਂ ਨਸ਼ਾ ਖਰੀਦ ਕੇ ਹੋਰ ਲੋਕਾਂ ਨੂੰ ਵੇਚ ਸਕਣ। ਮੈਂ ਉਹਨਾਂ ਨੂੰ ਨਸ਼ੇ ਖਰੀਦਣ ਅਤੇ ਵੇਚਣ ਲਈ ਚੰਗੀ ਰਕਮ ਅਦਾ ਕਰਦਾ ਸੀ। ਮੈਂ ਕਈ ਮੁੰਡੇ ਕੁੜੀਆਂ ਨੂੰ ਆਪਣਾ ਸ਼ਿਕਾਰ ਬਣਾਇਆ ਸੀ। ਕੋਈ ਵੀ ਮੈਨੂੰ ਪਛਾਣ ਨਹੀਂ ਸਕਿਆ, ਕਿਉਂਕਿ ਮੈਂ ਹਰ ਵਾਰ ਆਪਣਾ ਰੂਪ ਬਦਲਦਾ ਰਹਿੰਦਾ ਸੀ। ਹਮੇਸ਼ਾ ਵਾਂਗ ਉਸ ਦਿਨ ਵੀ ਮੈਂ ਇੱਕ ਨਵੇਂ ਕਾਲਜ ਦੇ ਸਾਹਮਣੇ ਖੜਾ ਸੀ, ਜਿੱਥੇ ਕਾਲਜ ਦੇ ਮੁੰਡੇ ਕੁੜੀਆਂ ਦੀ ਛੁੱਟੀ ਹੋ ਰਹੀ ਸੀ। ਮੈਂ ਦੇਖਿਆ ਕਿ ਇੱਕ ਕੁੜੀ ਰਿਕਸ਼ੇ ਵਿੱਚ ਬੈਠਣ ਲਈ ਰਿਕਸ਼ੇ ਵਾਲੇ ਨਾਲ ਬਹਿਸ ਕਰ ਰਹੀ ਸੀ। ਜਦੋਂ ਮੈਂ ਉਸ ਦੇ ਨੇੜੇ ਗਿਆ ਤਾਂ ਮੈਂ ਉਸ ਵੱਲ ਦੇਖਦਾ ਹੀ ਰਹਿ ਗਿਆ। ਉਹ ਕੁੜੀ ਗਰੀਬ ਲੱਗ ਰਹੀ ਸੀ। ਉਸ ਦਾ ਬੈਗ ਵੀ ਕਾਫੀ ਪੁਰਾਣਾ ਸੀ ਤੇ ਉਸ ਦੀਆਂ ਜੁੱਤੀਆਂ ਵੀ ਬਹੁਤ ਪੁਰਾਣੀਆਂ ਸਨ। ਉਸ ਦੇ ਪਹਿਰਾਵੇ ਤੋਂ ਵੀ ਅਜਿਹਾ ਲੱਗ ਰਿਹਾ ਸੀ ਜਿਵੇਂ ਉਹ ਬਹੁਤ ਗਰੀਬ ਹੈ। ਉਸ ਕੁੜੀ ਦੀ ਸ਼ਕਲ ਸੂਰਤ ਉਸ ਦੀ ਗਰੀਬੀ ਦੀ ਕਹਾਣੀ ਸੁਣਾ ਰਹੀ ਸੀ। ਉਹ ਰਿਕਸ਼ਾ ਚਾਲਕ ਨਾਲ ਪੈਸੇ ਘੱਟ ਕਰਨ ਦੀ ਜਿੱਦ ਕਰ ਰਹੀ ਸੀ। ਮੈਂ ਖੁਦ ਰਿਕਸ਼ਾ ਚਾਲਕ ਨੂੰ ਪੈਸੇ ਦੇ ਦਿੱਤੇ ਅਤੇ ਕਿਹਾ ਕਿ ਤੁਸੀਂ ਜਾ ਸਕਦੇ ਹੋ। ਮੈਂ ਤੁਹਾਡੇ ਪੈਸੇ ਰਿਕਸ਼ੇ ਵਾਲੇ ਨੂੰ ਦੇ ਦਿੱਤੇ ਹਨ। ਮੈਨੂੰ ਆਪਣਾ ਨਵਾਂ ਸ਼ਿਕਾਰ ਮਿਲ ਗਿਆ ਸੀ। ਮੈਨੂੰ ਪਤਾ ਸੀ ਕਿ ਅਜਿਹੀਆਂ ਕੁੜੀਆਂ ਨੂੰ ਫਸਾਉਣਾ ਬਹੁਤ ਆਸਾਨ ਹੁੰਦਾ ਹੈ। ਅਜਿਹੀਆਂ ਕੁੜੀਆਂ ਗਰੀਬੀ ਤੋਂ ਛੁਟਕਾਰਾ ਪਾਉਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੀਆਂ ਹਨ। ਜਦੋਂ ਮੈਂ ਉਸ ਦੀ ਮਦਦ ਕੀਤੀ ਤਾਂ ਉਹ ਮੇਰੇ ਵੱਲ ਦੇਖਣ ਲੱਗੀ ਅਤੇ ਕਹਿਣ ਲੱਗੀ, ਮੈਂ ਤੁਹਾਡੇ ਵਰਗੇ ਲੜਕਿਆਂ ਨੂੰ ਚੰਗੀ ਤਰ੍ਹਾਂ ਜਾਣਦੀ ਹਾਂ। ਤੁਸੀਂ ਕੁੜੀਆਂ ਨਾਲ ਗੱਲ ਕਰਨ ਲਈ ਉਹਨਾਂ ਦੀ ਮਦਦ ਕਰਦੇ ਹੋ ਤਾਂ ਜੋ ਉਹ ਤੁਹਾਡੀ ਮਦਦ ਤੋਂ ਪ੍ਰਭਾਵਿਤ ਹੋ ਜਾਣ ਅਤੇ ਤੁਸੀਂ ਉਹਨਾਂ ਨਾਲ ਗੱਲ ਕਰਨ ਦਾ ਕੋਈ ਬਹਾਨਾ ਲੱਭ ਸਕੋ। ਬਸ ਕੁੜੀਆਂ ਦੀ ਮਦਦ ਕਰੋ ਅਤੇ ਉਹਨਾਂ ਨਾਲ ਗੱਲ ਕਰਨਾ ਸ਼ੁਰੂ ਕਰੋ। ਇਹ ਤਰੀਕਾ ਪੁਰਾਣਾ ਹੈ। ਰਿਕਸ਼ਾ ਵਾਲਾ ਖੜਾ ਸਾਡੀ ਸਾਰੀ ਗੱਲਬਾਤ ਸੁਣ ਰਿਹਾ ਸੀ। ਉਸ ਨੇ ਕਿਹਾ, ਮੈਂ ਤੁਹਾਡੇ ਵਰਗੇ ਮੁੰਡਿਆਂ ਦੀਆਂ ਸਾਰੀਆਂ ਚਾਲਾਂ ਨੂੰ ਚੰਗੀ ਤਰ੍ਹਾਂ ਜਾਣਦੀ ਹਾਂ। ਮੈਨੂੰ ਉਸ ਦੀ ਇਹ ਗੱਲ ਬਹੁਤ ਚੰਗੀ ਲੱਗੀ। ਮੈਨੂੰ ਪਤਾ ਸੀ ਕਿ ਇਹ ਕੁੜੀ ਮੇਰੇ ਲਈ ਬਹੁਤ ਲਾਹੇਵੰਦ ਸਾਬਤ ਹੋਵੇਗੀ। ਮੇਰੀ ਡਰਪੋਕ ਪਤਨੀ ਦਾ ਚਿਹਰਾ ਮੇਰੇ ਸਾਹਮਣੇ ਆਉਣ ਲੱਗਾ। ਰਿਕਸ਼ਾ ਚਾਲਕ ਨੂੰ ਪੈਸੇ ਦੇਣ ਤੋਂ ਬਾਅਦ ਵੀ ਉਸਨੇ ਮੇਰੀ ਮਦਦ ਨਹੀਂ ਲਈ ਅਤੇ ਜਾ ਕੇ ਦੂਜੇ ਰਿਕਸ਼ੇ ਵਿੱਚ ਬੈਠ ਗਈ। ਭਾਵੇਂ ਮੈਂ ਰਿਕਸ਼ੇ ਵਾਲੇ ਨੂੰ ਪੈਸੇ ਦੇ ਚੁੱਕਾ ਸੀ, ਜੇ ਉਹ ਚਾਹੁੰਦੀ ਤਾਂ ਮੇਰੇ ਤੋਂ ਮਦਦ ਲੈ ਸਕਦੀ ਸੀ, ਪਰ ਉਸਨੇ ਮੇਰੀ ਕੋਈ ਮਦਦ ਨਹੀਂ ਲਈ। ਮੈਨੂੰ ਉਸਦੀ ਇਹ ਗੱਲ ਬਹੁਤ ਚੰਗੀ ਲੱਗੀ। ਹੁਣ ਉਸ ਦਿਨ ਤੋਂ ਬਾਅਦ ਮੈਂ ਹਰ ਰੋਜ਼ ਕਾਲਜ ਦੇ ਬਾਹਰ ਖੜਾ ਰਹਿੰਦਾ ਸੀ। ਉਹ ਇਸ ਕਾਲਜ ਵਿੱਚ ਪੜ੍ਹਦੀ ਸੀ। ਉਹ ਰੋਜ਼ ਰਿਕਸ਼ਾ ਕਰਕੇ ਆਪਣੇ ਘਰ ਜਾਂਦੀ ਸੀ ਤੇ ਮੈਂ ਵੀ ਉਸ ਦੇ ਪਿੱਛੇ ਪਿੱਛੇ ਜਾਂਦਾ ਸੀ। ਮੈਂ ਉਸ ਕੁੜੀ ਨਾਲ ਗੱਲ ਕਰਨ ਲਈ ਕੋਈ ਨਾ ਕੋਈ ਬਹਾਨਾ ਲੱਭਦਾ ਰਿਹਾ ਸੀ। ਮੈਂ ਉਸ ਦੀ ਜਾਸੂਸੀ ਕਰਨ ਲਈ ਆਪਣੇ ਖਾਸ ਲੋਕਾਂ ਨੂੰ ਤਾਇਨਾਤ ਕੀਤਾ ਸੀ।
ਅਗਲੇ ਦਿਨ ਮੈਨੂੰ ਉਸ ਦੀ ਸਾਰੀ ਜਾਣਕਾਰੀ ਮਿਲ ਗਈ ਸੀ। ਉਹ ਲੜਕੀ ਬਹੁਤ ਹੀ ਗਰੀਬ ਪਰਿਵਾਰ ਦੀ ਸੀ। ਉਸ ਦਾ ਘਰ ਬਹੁਤ ਛੋਟਾ ਸੀ। ਉਸ ਦੇ ਮਾਤਾ ਪਿਤਾ ਇਸ ਦੁਨੀਆ ਵਿੱਚ ਨਹੀਂ ਸਨ। ਉਹ ਆਪਣੇ ਦਾਦਾ ਜੀ ਦੇ ਨਾਲ ਇੱਕੋ ਘਰ ਵਿੱਚ ਰਹਿੰਦੀ ਸੀ, ਭਾਵੇਂ ਕਿ ਉਸ ਦਾ ਦਾਦਾ ਬਹੁਤ ਬੁੱਢਾ ਸੀ ਅਤੇ ਉਹ ਬਹੁਤ ਬਿਮਾਰ ਰਹਿੰਦਾ ਸੀ। ਉਸ ਲੜਕੀ ਦਾ ਨਾਂ ਦੀਪਤੀ ਸੀ ਅਤੇ ਉਹ BSc ਦੀ ਵਿਦਿਆਰਥਣ ਸੀ। ਫਿਰ ਮੈਂ ਕੁਝ ਦਿਨਾਂ ਲਈ ਆਪਣੇ ਕੰਮ ਵਿੱਚ ਬਹੁਤ ਰੁੱਝ ਗਿਆ ਅਤੇ ਬਹੁਤ ਦੇਰ ਤੱਕ ਦੀਪਤੀ ਦੇ ਕਾਲਜ ਵਿੱਚ ਨਹੀਂ ਜਾ ਸਕਿਆ। ਮੈਂ ਥੋੜਾ ਇਕੱਲਾਪਣ ਮਹਿਸੂਸ ਕਰਨ ਲੱਗਾ ਅਤੇ ਆਪਣੀ ਹਾਲਤ ਤੋਂ ਅਣਜਾਣ ਸੀ। ਇੱਕ ਦਿਨ ਮੈਂ ਉਸ ਦੇ ਕਾਲਜ ਗਿਆ ਅਤੇ ਉਸ ਦੀ ਸਹੇਲੀ ਨੂੰ ਕਿਹਾ ਕਿ ਮੈਨੂੰ ਦੀਪਤੀ ਬਾਰੇ ਪਲ-ਪਲ ਦੀ ਰਿਪੋਰਟ ਚਾਹੀਦੀ ਹੈ। ਪਹਿਲਾਂ ਤਾਂ ਦੀਪਤੀ ਦੀ ਸਹੇਲੀ ਨਹੀਂ ਮੰਨ ਰਹੀ ਸੀ, ਪਰ ਮੇਰੇ ਨਾਲ ਬੜੀ ਮੁੱਛ ਵਾਲੇ ਬਾਡੀਗਾਰਡ ਨੂੰ ਦੇਖ ਕੇ ਉਸ ਦੀ ਆਕੜ ਖਤਮ ਹੋ ਗਈ। ਫਿਰ ਉਸ ਕੁੜੀ ਨੇ ਮੇਰੇ ਤੋਂ ਮੇਰਾ ਨੰਬਰ ਲੈ ਲਿਆ। ਨੰਬਰ ਦੇਣ ਤੋਂ ਬਾਅਦ ਮੈਂ ਉੱਥੋਂ ਵਾਪਸ ਆ ਗਿਆ, ਪਰ ਪਤਾ ਨਹੀਂ ਕਿਉਂ ਅਗਲੇ ਦਿਨਾਂ ਫਿਰ ਦੀਪਤੀ ਨੂੰ ਦੇਖਣ ਦਾ ਖਿਆਲ ਮੇਰੇ ਦਿਲ ਵਿੱਚ ਬਾਰ-ਬਾਰ ਆ ਰਿਹਾ ਸੀ ਅਤੇ ਅਗਲੇ ਕੁਝ ਦਿਨ ਮੇਰੇ ਬਹੁਤ ਬਿਜੀ ਗੁਜ਼ਰੇ ਸਨ ਅਤੇ ਇਸ ਦੌਰਾਨ ਮੈਂ ਦੀਪਤੀ ਨੂੰ ਵੀ ਨਹੀਂ ਦੇਖ ਸਕਿਆ, ਪਰ ਉਸ ਦਾ ਖਿਆਲ ਮੈਨੂੰ ਬਾਰ-ਬਾਰ ਪਰੇਸ਼ਾਨ ਕਰਦਾ ਰਿਹਾ। ਅਤੇ ਫਿਰ ਇੱਕ ਦਿਨ ਅਚਾਨਕ ਮੈਨੂੰ ਦੀਪਤੀ ਦੀ ਸਹੇਲੀ ਦਾ ਫੋਨ ਆਇਆ। ਉਸ ਨੇ ਦੱਸਿਆ ਕਿ ਦੀਪਤੀ ਦਾ 2 ਦਿਨਾਂ ਬਾਅਦ ਵਿਆਹ ਹੋ ਰਿਹਾ ਹੈ। ਇਹ ਸੁਣ ਕੇ ਮੇਰਾ ਦਿਲ ਟੁੱਟ ਗਿਆ। ਦੀਪਤੀ ਆਪਣੀ ਦੋਸਤ ਨੂੰ ਵਿਆਹ ਵਿੱਚ ਬੁਲਾਉਣ ਗਈ ਸੀ। ਫਿਰ ਉਸਦੀ ਸਹੇਲੀ ਨੇ ਤੁਰੰਤ ਮੈਨੂੰ ਫੋਨ ਕੀਤਾ ਅਤੇ ਦੱਸਿਆ। ਮੈਨੂੰ ਉਸਦੇ ਵਿਆਹ ਤੇ ਪਛਤਾਵਾ ਵੀ ਸੀ ਅਤੇ ਬਹੁਤ ਗੁੱਸਾ ਵੀ ਸੀ। ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਮੈਂ ਕੀ ਕਰਾਂ। ਫਿਰ ਅਚਾਨਕ ਮੈਨੂੰ ਅਹਿਸਾਸ ਹੋਇਆ ਕਿ ਮੈਨੂੰ ਦੀਪਤੀ ਨਾਲ ਪਿਆਰ ਹੋ ਗਿਆ ਹੈ। ਉਸ ਲਈ ਮੇਰੇ ਦਿਲ ਵਿੱਚ ਅਜੀਬ ਭਾਵਨਾਵਾਂ ਪੈਦਾ ਹੋ ਗਈਆਂ ਸਨ। ਮੈਂ ਆਪਣੀ ਹਾਲਤ ਦੇਖ ਕੇ ਬਹੁਤ ਹੱਸ ਰਿਹਾ ਸੀ ਅਤੇ ਫਿਰ ਮੈਂ ਬੈਠ ਗਿਆ ਅਤੇ ਸੋਚਿਆ ਕਿ ਮੈਂ ਕੀ ਕਰਾਂ। ਫਿਰ ਮੇਰੇ ਮਨ ਵਿੱਚ ਇੱਕ ਖਿਆਲ ਆਇਆ ਅਤੇ ਦੀਪਤੀ ਦੇ ਵਿਆਹ ਦੀ ਬਰਾਤ ਤੋਂ ਠੀਕ ਪਹਿਲਾਂ ਮੈਂ ਆਪਣੇ ਇੱਕ ਭਰੋਸੇਮੰਦ ਬੰਦੇ ਨੂੰ ਉਸ ਦੇ ਘਰ ਭੇਜ ਦਿੱਤਾ ਅਤੇ ਦੀਪਤੀ ਨੂੰ ਉਸ ਦੇ ਘਰੋਂ ਚੁੱਕ ਲਿਆ ਅਤੇ ਦੀਪਤੀ ਨੂੰ ਮੇਰੇ ਫਲੈਟ ਦੇ ਕਮਰੇ ਵਿੱਚ ਬੰਦ ਕਰ ਦਿੱਤਾ ਅਤੇ ਆਪਣੇ ਆਦਮੀ ਨੂੰ ਕਿਹਾ ਕਿ ਇਹ ਲੜਕੀ ਨੂੰ ਕਿਸੇ ਕਿਸਮ ਦੀ ਸਮੱਸਿਆ ਨਹੀਂ ਹੋਣੀ ਚਾਹੀਦੀ। ਉਸ ਦੀ ਇੱਜ਼ਤ ਦੀ ਰਾਖੀ ਕਰਨਾ ਮੇਰੀ ਜ਼ਿੰਮੇਵਾਰੀ ਸੀ ਅਤੇ ਮੈਂ ਅੱਜ ਵੀ ਦੀਪਤੀ ਨੂੰ ਦੁਖੀ ਨਹੀਂ ਹੋਣ ਦੇਣਾ ਚਾਹੁੰਦਾ ਸੀ। ਮੇਰਾ ਦਿਲ ਦੀਪਤੀ ਨੂੰ ਦੇਖਣ ਲਈ ਤਰਸ ਰਿਹਾ ਸੀ। ਦੀਪਤੀ ਨੂੰ 3 ਦਿਨ ਅਤੇ 3 ਰਾਤਾਂ ਆਪਣੇ ਘਰ ਸੁਰੱਖਿਅਤ ਰੱਖਣ ਤੋਂ ਬਾਅਦ ਉਸ ਨੂੰ ਉਸ ਦੇ ਘਰ ਲੈ ਗਿਆ। ਉਸ ਨੂੰ ਇਹ ਵੀ ਪਤਾ ਨਹੀਂ ਲੱਗਣ ਦਿੱਤਾ ਗਿਆ ਕਿ ਉਸ ਨੂੰ ਕਿਸ ਨੇ ਅਗਵਾ ਕੀਤਾ ਹੈ। ਜਿਸ ਤਰ੍ਹਾਂ ਉਹ ਮੇਰੇ ਘਰ ਆਈ ਸੀ, ਉਸੇ ਤਰ੍ਹਾਂ ਉਸ ਨੂੰ ਉਸ ਦੇ ਘਰ ਵਾਪਸ ਭੇਜ ਦਿੱਤਾ ਗਿਆ ਸੀ। ਉਹ ਇਸ ਗੱਲ ਤੋਂ ਅਣਜਾਣ ਸੀ ਕਿ ਉਸ ਨਾਲ ਇਹ ਸਭ ਕਿਸ ਨੇ ਕੀਤਾ। ਦੀਪਤੀ ਦੇ ਮੰਗੇਤਰ ਨੇ ਉਸ ਨਾਲ ਸੰਬੰਧ ਤੋੜ ਲਏ। ਹੁਣ ਮੈਂ ਅੱਗੇ ਕੀ ਕਰਨਾ ਸੀ? ਦੀਪਤੀ ਦੇ ਦਿਲ ਵਿੱਚ ਆਪਣੇ ਲਈ ਥਾਂ ਬਣਾਉਣਾ ਸੀ। ਮੈਂ ਹਰ ਕੰਮ ਬੜੀ ਵਿਉਂਤਬੰਦੀ ਨਾਲ ਕਰ ਰਿਹਾ ਸੀ। ਵੈਸੇ ਵੀ ਇਹ ਮੇਰੀ ਪੁਰਾਣੀ ਆਦਤ ਸੀ ਅਤੇ ਇਸੇ ਕਰਕੇ ਅੱਜ ਤੱਕ ਪੁਲਿਸ ਨੇ ਮੈਨੂੰ ਕਦੇ ਗ੍ਰਿਫਤਾਰ ਨਹੀਂ ਕੀਤਾ। ਪੁਲਿਸ ਹਮੇਸ਼ਾ ਮੇਰੇ ਤੇ ਸ਼ੱਕ ਕਰਦੀ ਸੀ, ਪਰ ਕਦੇ ਵੀ ਮੇਰੇ ਖਿਲਾਫ ਕੋਈ ਸਬੂਤ ਨਹੀਂ ਲੱਭ ਸਕੀ। ਇੱਕ ਦਿਨ ਮੈਂ ਦੀਪਤੀ ਦੇ ਘਰ ਜਾ ਕੇ ਖੜਾ ਹੋ ਗਿਆ। ਮੈਂ ਬੜੀ ਚਲਾਕੀ ਨਾਲ ਦੀਪਤੀ ਦੇ ਦਾਦਾ ਜੀ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ। ਮੈਂ ਉਸ ਨੂੰ ਅਕਸਰ ਸ਼ਾਮ ਨੂੰ ਘਰੋਂ ਬਾਹਰ ਨਿਕਲਦਾ ਦੇਖਿਆ ਸੀ। ਉਹ ਤਾਜ਼ੀ ਹਵਾ ਲਈ ਬਾਹਰ ਜਾਂਦਾ ਸੀ ਅਤੇ ਉਹ ਹੱਥ ਵਿੱਚ ਸੋਟੀ ਲੈ ਕੇ ਤੁਰਦਾ ਸੀ। ਉਹ ਬਹੁਤ ਹੀ ਸਧਾਰਨ ਆਦਮੀ ਸੀ। ਉਹ ਆਪਣੀਆਂ ਅੱਖਾਂ ਨਾਲ ਚੰਗੀ ਤਰ੍ਹਾਂ ਵੀ ਨਹੀਂ ਦੇਖ ਸਕਦਾ ਸੀ। ਮੈਂ ਉਹਨਾਂ ਨਾਲ ਗੱਲਾਂ ਕਰਨ ਲੱਗਾ ਅਤੇ ਫਿਰ ਉਹਨਾਂ ਨੂੰ ਸੈਰ ਕਰਨ ਲਈ ਬਾਹਰ ਸੜਕ ਤੇ ਲੈ ਗਿਆ। ਉਸ ਨਾਲ ਗੱਲ ਕਰਨਾ ਮੇਰੇ ਲਈ ਕੋਈ ਔਖਾ ਕੰਮ ਨਹੀਂ ਸੀ। ਦੀਪਤੀ ਦੇ ਦਾਦਾ ਜੀ ਨਾਲ ਮੇਰੀ ਚੰਗੀ ਜਾਣ ਪਛਾਣ ਹੋ ਗਈ ਅਤੇ ਜਦੋਂ ਵੀ ਉਹ ਘਰੋਂ ਬਾਹਰ ਜਾਂਦਾ ਤਾਂ ਮੈਂ ਹਰ ਰੋਜ਼ ਉਹਨਾਂ ਦੀ ਮਦਦ ਕਰਦਾ ਸੀ। ਉਸ ਨੂੰ ਬਾਹਰ ਸੈਰ ਕਰਨ ਲਈ ਲਿਜਾਂਦਾ। ਉਹ ਮੈਨੂੰ ਬੇਟਾ ਬੇਟਾ ਕਹਿਣ ਲੱਗ ਪਿਆ ਅਤੇ ਉਹ ਮੇਰੇ ਨਾਲ ਬਹੁਤ ਖੁਸ਼ ਸੀ। ਕਹਿੰਦਾ ਸੀ ਕਿ ਅੱਜ ਕੱਲ੍ਹ ਕੋਈ ਵੀ ਨੌਜਵਾਨ ਬੁੱਢੇ ਦੀ ਮਦਦ ਨਹੀਂ ਕਰਦਾ। ਤੁਸੀਂ ਰੋਜ਼ ਮੇਰਾ ਹੱਥ ਫੜ ਕੇ ਤੁਰਨ ਵਿੱਚ ਮੇਰੀ ਕਿੰਨੀ ਮਦਦ ਕਰਦੇ ਹੋ। ਇਸ ਦਾ ਮਤਲਬ ਹੈ ਕਿ ਉਹ ਮੇਰੇ ਤੋਂ ਕਾਫੀ ਪ੍ਰਭਾਵਿਤ ਸੀ। ਇੱਕ ਦਿਨ ਮੈਂ ਦੀਪਤੀ ਦੇ ਦਾਦਾ ਜੀ ਨੂੰ ਪਾਰਕ ਵਿੱਚ ਸੈਰ ਕਰਨ ਲਈ ਲੈ ਗਿਆ। ਉਹ ਉੱਥੇ ਜਾਣਾ ਪਸੰਦ ਕਰਦਾ ਸੀ ਅਤੇ ਅਸੀਂ ਦੋਵਾਂ ਨੇ ਉੱਥੇ ਬਹੁਤ ਸਾਰੀਆਂ ਗੱਲਾਂ ਕੀਤੀਆਂ। ਉਸ ਨੇ ਸਾਡੀ ਗੱਲਬਾਤ ਦੌਰਾਨ ਦੱਸਿਆ ਕਿ ਉਸ ਦੀ ਪੋਤੀ ਦੀਪਤੀ, ਜਿਸ ਨੂੰ ਉਹ ਕਈ ਸਾਲਾਂ ਤੋਂ ਪਾਲਦੇ ਆ ਰਹੇ ਹਨ, ਉਸ ਦੇ ਮਾਤਾ ਪਿਤਾ ਦੀ ਇੱਕ ਦੁਰਘਟਨਾ ਵਿੱਚ ਮੌਤ ਹੋ ਗਈ ਸੀ। ਉਸ ਨੇ ਬੜੀ ਆਸ ਨਾਲ ਆਪਣੀ ਪੋਤੀ ਦਾ ਵਿਆਹ ਤੈਅ ਕੀਤਾ ਸੀ, ਪਰ ਕਿਸੇ ਤਰ੍ਹਾਂ ਦੀਪਤੀ ਗਾਇਬ
ਹੋ ਗਈ ਅਤੇ ਜਦੋਂ ਦੀਪਤੀ 3 ਦਿਨਾਂ ਬਾਅਦ ਵਾਪਸ ਆਈ ਤਾਂ ਉਸ ਨੂੰ ਕੁਝ ਯਾਦ ਨਹੀਂ ਸੀ। ਉਸ ਨੇ ਦੱਸਿਆ ਕਿ ਮੈਂ ਬੁੱਢਾ ਹਾਂ, ਆਪਣੀ ਪੋਤੀ ਦਾ ਖਰਚਾ ਕਿਵੇਂ ਝੱਲ ਸਕਦਾ ਹਾਂ, ਮੈਂ ਤਾਂ ਕਮਾ ਵੀ ਨਹੀਂ ਸਕਦਾ ਕਿਉਂਕਿ ਮੈਂ ਬੁੱਢਾ ਹੋ ਗਿਆ ਹਾਂ। ਮੇਰੀ ਪੋਤੀ ਦਾ ਮੰਗੇਤਰ ਘਰ ਦਾ ਸਾਰਾ ਖਰਚਾ ਕਰਦਾ ਸੀ, ਘਰ ਦਾ ਚੁੱਲ੍ਹਾ ਉਸ ਮੁੰਡੇ ਕਰਕੇ ਹੀ ਬਲਦਾ ਸੀ। ਹੁਣ ਸਾਡਾ ਭੁੱਖਾ ਰਹਿਣ ਦਾ ਸਮਾਂ ਆ ਗਿਆ ਹੈ। ਉਸ ਲੜਕੇ ਨੇ ਮੇਰੀ ਧੀ ਨਾਲੋਂ ਨਾਤਾ ਤੋੜ ਲਿਆ ਹੈ। ਮੈਂ ਦੀਪਤੀ ਦੇ ਦਾਦਾ ਜੀ ਦੀ ਗੱਲ ਚੰਗੀ ਤਰ੍ਹਾਂ ਸਮਝ ਗਿਆ ਸੀ। ਹੁਣ ਮੈਂ ਉਹਨਾਂ ਨੂੰ ਹੋਰ ਵੀ ਪ੍ਰਭਾਵਿਤ ਕਰ ਸਕਦਾ ਸੀ। ਮੈਂ ਦੀਪਤੀ ਦੇ ਘਰ ਰਾਸ਼ਨ ਪਹੁੰਚਾ ਦਿੱਤਾ। ਦੀਪਤੀ ਦੇ ਦਾਦਾ ਜੀ ਬਹੁਤ ਇਨਕਾਰ ਕਰ ਰਹੇ ਸਨ, ਪਰ ਫਿਰ ਵੀ ਮੈਂ ਉਹਨਾਂ ਦੇ ਘਰ ਦਾ ਹਰ ਜ਼ਰੂਰੀ ਸਮਾਨ ਮੁਹੱਈਆ ਕਰਵਾ ਦਿੱਤਾ ਸੀ। ਮੈਂ ਉਹਨਾਂ ਨੂੰ ਕਿਹਾ ਕਿ ਮੈਂ ਵੀ ਤੁਹਾਡੇ ਪੋਤੇ ਵਰਗਾ ਹੀ ਹਾਂ। ਮੈਂ ਉਹਨਾਂ ਦੀ ਵੀ ਮਦਦ ਕੀਤੀ ਕਿਉਂਕਿ ਮੈਂ ਦੀਪਤੀ ਦੇ ਘਰ ਜਾ ਕੇ ਉਸ ਦੇ ਨੇੜੇ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਦੀਪਤੀ ਦੇ ਘਰ ਕਾਫੀ ਪੈਸਾ ਬਰਬਾਦ ਕਰ ਰਿਹਾ ਸੀ। ਮੈਨੂੰ ਆਪਣੇ ਘਰ ਦੇਖ ਕੇ ਦੀਪਤੀ ਨੇ ਪਛਾਣ ਲਿਆ ਕਿ ਮੈਂ ਉਹੀ ਮੁੰਡਾ ਹਾਂ ਜਿਸ ਨੇ ਇੱਕ ਦਿਨ ਰਿਕਸ਼ਾ ਵਾਲੇ ਨੂੰ ਪੈਸੇ ਦਿੱਤੇ ਸਨ। ਮੈਂ ਪਿੱਛੇ ਹਟਣ ਵਾਲਾ ਨਹੀਂ ਸੀ। ਮੈਂ ਦੀਪਤੀ ਦੇ ਘਰ ਦੀ ਸਾਰੀ ਜ਼ਿੰਮੇਵਾਰੀ ਮੈਂ ਆਪਣੇ ਮੋਢਿਆਂ ਤੇ ਲੈ ਲਈ ਸੀ। ਕਦੇ ਮੈਂ ਉਸਦੇ ਦਾਦਾ ਜੀ ਨੂੰ ਡਾਕਟਰ ਕੋਲ ਲੈ ਜਾਂਦਾ ਤੇ ਕਦੇ ਉਹਨਾਂ ਦੇ ਘਰ ਜ਼ਰੂਰੀ ਸਮਾਨ ਪਹੁੰਚਾਉਂਦਾ। ਮੇਰੀ ਮਿਹਰਬਾਨੀ ਕਾਰਨ ਦੀਪਤੀ ਮੇਰੇ ਤੋਂ ਪ੍ਰਭਾਵਿਤ ਹੋਈ ਅਤੇ ਉਸਨੇ ਜੋ ਵੀ ਗਲਤੀ ਪਹਿਲਾਂ ਕੀਤੀ ਸੀ ਉਸ ਲਈ ਉਸਨੇ ਮੇਰੇ ਤੋਂ ਮਾਫੀ ਵੀ ਮੰਗੀ। ਮੈਂ ਕਿਹਾ ਕਿ ਕਈ ਵਾਰ ਲੋਕਾਂ ਨੂੰ ਗਲਤਫਹਿਮੀ ਹੋ ਜਾਂਦੀ ਹੈ। ਸਭ ਠੀਕ ਹੈ, ਤੁਹਾਨੂੰ ਮਾਫੀ ਮੰਗਣ ਦੀ ਲੋੜ ਨਹੀਂ। ਉਸ ਦਿਨ ਤੋਂ ਬਾਅਦ ਜਦੋਂ ਵੀ ਮੈਂ ਉਸ ਦੇ ਘਰ ਜਾਂਦਾ ਤਾਂ ਉਹ ਮੇਰੇ ਲਈ ਆਪਣੇ ਹੱਥਾਂ ਨਾਲ ਨਾਸ਼ਤਾ ਤਿਆਰ ਕਰਦੀ ਸੀ। ਇਸ ਤਰ੍ਹਾਂ ਹੌਲੀ ਹੌਲੀ ਸਾਡੇ ਵਿਚਕਾਰ ਦੋਸਤੀ ਹੋ ਗਈ। ਕਦੇ ਕਦੇ ਅਸੀਂ ਦੋਵੇਂ ਸੈਰ ਕਰਨ ਲਈ ਨਿਕਲ ਜਾਂਦੇ ਤੇ ਕਦੇ ਮੈਂ ਉਸ ਨੂੰ ਰੈਸਟੋਰੈਂਟ ਵਿੱਚ ਖਾਣਾ ਖਵਾਉਂਦਾ ਸੀ। ਅਸੀਂ ਇਕੱਠੇ ਫਿਲਮਾਂ ਵੀ ਦੇਖਦੇ ਸੀ ਅਤੇ ਮੈਂ ਉਸ ਨੂੰ ਬਹੁਤ ਸਾਰੀ ਖਰੀਦਦਾਰੀ ਵੀ ਕਰਵਾਉਂਦਾ ਸੀ ਅਤੇ ਉਸ ਦੇ ਮਹਿੰਗੇ ਕੱਪੜੇ ਅਤੇ ਮੈਚਿੰਗ ਗਹਿਣੇ ਅਤੇ ਸੈਂਡਲ ਵੀ ਲਿਆਉਂਦਾ ਸੀ। ਮੈਂ ਦੀਪਤੀ ਨੂੰ ਪ੍ਰਭਾਵਿਤ ਕਰਨ ਅਤੇ ਉਸ ਦੇ ਦਿਲ ਵਿੱਚ ਜਗ੍ਹਾ ਬਣਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਤੇ ਮੇਰੀ ਮਿਹਨਤ ਆਖਰਕਾਰ ਰੰਗ ਲਿਆਈ। ਦੀਪਤੀ ਵੀ ਮੈਨੂੰ ਹੌਲੀ ਹੌਲੀ ਪਿਆਰ ਕਰਨ ਲੱਗੀ, ਪਰ ਅੱਜ ਤੱਕ ਦੀਪਤੀ ਨੂੰ ਮੇਰੀ ਸੱਚਾਈ ਦਾ ਪਤਾ ਨਹੀਂ ਲੱਗਾ। ਦੀਪਤੀ ਨੂੰ ਖੁਸ਼ ਰੱਖ ਕੇ ਮੇਰੇ ਮਨ ਨੂੰ ਵੀ ਬਹੁਤ ਸਕੂਨ ਮਿਲਿਆ। ਮੈਂ ਦੀਪਤੀ ਦੀ ਖੂਬਸੂਰਤੀ ਦਾ دیਵਾਨਾ ਹੋ ਗਿਆ ਸੀ। ਮੈਂ ਜਿੰਨੇ ਵੀ ਮਹਿੰਗੇ ਕੱਪੜੇ ਅਤੇ ਗਹਿਣੇ ਉਸ ਨੂੰ ਖਰੀਦ ਕੇ ਦਿੱਤੇ ਸਨ, ਉਹਨਾਂ ਨੂੰ ਪਹਿਨਣ ਤੋਂ ਬਾਅਦ ਉਹ ਹੋਰ ਵੀ ਸੁੰਦਰ ਲੱਗ ਰਹੀ ਸੀ। ਹੁਣ ਦੀਪਤੀ ਵੀ ਮੇਰੇ ਪਿਆਰ ਵਿੱਚ ਪਾਗਲ ਹੋਣ ਲੱਗੀ। ਮੈਂ ਵੀ ਲੁਕਵੇਂ ਲਫ਼ਜ਼ਾਂ ਵਿੱਚ ਉਸ ਨੂੰ ਆਪਣਾ ਪਿਆਰ ਜ਼ਾਹਿਰ ਕੀਤਾ ਸੀ ਅਤੇ ਉਹ ਦਿਨ ਮੇਰੀ ਜ਼ਿੰਦਗੀ ਦਾ ਸਭ ਤੋਂ ਖੂਬਸੂਰਤ ਦਿਨ ਸੀ। ਜਦੋਂ ਮੈਂ ਦੀਪਤੀ ਦੇ ਦਾਦਾ ਜੀ ਨੂੰ ਉਸਦੇ ਰਿਸ਼ਤੇ ਬਾਰੇ ਪੁੱਛਿਆ, ਦੀਪਤੀ ਦੇ ਦਾਦਾ ਜੀ ਨੂੰ ਇਸ ਰਿਸ਼ਤੇ ਤੇ ਕੋਈ ਇਤਰਾਜ਼ ਨਹੀਂ ਸੀ, ਸਗੋਂ ਉਹ ਖੁਸ਼ੀ ਨਾਲ ਪਾਗਲ ਹੋ ਗਏ ਸਨ। ਦੀਪਤੀ ਨੇ ਵੀ ਹਾਂ ਕਹਿ ਦਿੱਤੀ, ਪਰ ਮੈਨੂੰ ਨਹੀਂ ਪਤਾ ਕਿ ਦੀਪਤੀ ਨੂੰ ਮੇਰੇ ਪਹਿਲੇ ਵਿਆਹ ਬਾਰੇ ਕਿੱਥੋਂ ਪਤਾ ਲੱਗਿਆ, ਜਦੋਂ ਕਿ ਅੱਜ ਤੱਕ ਮੁੰਬਈ ਆਉਣ ਤੋਂ ਬਾਅਦ ਮੈਂ ਕਿਸੇ ਨੂੰ ਇਹ ਨਹੀਂ ਦੱਸਿਆ ਸੀ ਕਿ ਮੈਂ ਵਿਆਹਿਆ ਹੋਇਆ ਹਾਂ ਅਤੇ ਮੇਰਾ ਵਿਆਹ ਪਿੰਡ ਵਿੱਚ ਹੀ ਰੀਆ ਨਾਲ ਹੋਇਆ ਹੈ। ਜਦੋਂ ਤੋਂ ਦੀਪਤੀ ਨੂੰ ਇਸ ਗੱਲ ਦਾ ਪਤਾ ਲੱਗਾ, ਉਹ ਰੋ ਰਹੀ ਸੀ। ਉਸ ਦੇ ਹੰਝੂ ਦੇਖ ਕੇ ਮੇਰਾ ਦਿਲ ਦੁਖਿਆ। ਮੈਂ ਉਸ ਨੂੰ ਹਰ ਤਰੀਕੇ ਨਾਲ ਭਰੋਸਾ ਦਿਵਾਇਆ ਕਿ ਮੇਰੀ ਪਤਨੀ ਰੀਆ ਕਦੇ ਵੀ ਸਾਡੇ ਰਾਹ ਦਾ ਕੰਡਾ ਨਹੀਂ ਬਣੇਗੀ। ਮੈਨੂੰ ਆਪਣੀ ਪਤਨੀ ਵੱਲ ਦੇਖਣਾ ਵੀ ਪਸੰਦ ਨਹੀਂ ਸੀ ਅਤੇ ਉਹ ਇੱਕ ਸਧਾਰਨ ਕੁੜੀ ਹੈ। ਉਹ ਪਿੰਡ ਵਿੱਚ ਰਹੇਗੀ ਅਤੇ ਅਸੀਂ ਸ਼ਹਿਰ ਵਿੱਚ ਰਹਾਂਗੇ। ਪਰ ਦੀਪਤੀ ਕਿਸੇ ਵੀ ਤਰ੍ਹਾਂ ਰਾਜ਼ੀ ਨਹੀਂ ਹੋਈ ਅਤੇ ਫਿਰ ਦੀਪਤੀ ਨੇ ਮੇਰੇ ਸਾਹਮਣੇ ਇੱਕ ਸ਼ਰਤ ਰੱਖੀ ਕਿ ਜਦੋਂ ਤੱਕ ਮੈਂ ਰੀਆ ਨੂੰ ਤਲਾਕ ਨਹੀਂ ਦਿੰਦਾ, ਉਹ ਮੇਰੇ ਨਾਲ ਵਿਆਹ ਨਹੀਂ ਕਰੇਗੀ। ਮੈਂ ਉਸ ਨੂੰ ਕਿਹਾ ਕਿ ਮੈਂ ਰੀਆ ਨੂੰ ਨਹੀਂ ਛੱਡ ਸਕਦਾ ਕਿਉਂਕਿ ਜੇਕਰ ਮੈਂ ਉਸ ਨੂੰ ਛੱਡ ਦਿੱਤਾ ਤਾਂ ਮੇਰੇ ਮਾਤਾ ਪਿਤਾ ਮਰ ਜਾਣਗੇ। ਫਿਰ ਦੀਪਤੀ ਨੇ ਮੈਨੂੰ ਅਜਿਹਾ ਕੁਝ ਕਰਨ ਲਈ ਕਿਹਾ ਜਿਸ ਨਾਲ ਮੇਰੀ ਪਤਨੀ ਖੁਦ ਤੰਗ ਆ ਕੇ ਮੇਰਾ ਘਰ ਛੱਡ ਕੇ ਚਲੀ ਜਾਂਦੀ। ਉਸ ਨੇ ਜੋ ਕਿਹਾ ਮੈਨੂੰ ਪਸੰਦ ਆਇਆ। ਮੈਨੂੰ ਸ਼ਹਿਰ ਛੱਡ ਕੇ ਮੁੜ ਪਿੰਡ ਜਾਣ ਲਈ ਮਜਬੂਰ ਹੋਣਾ ਪਿਆ। ਜਦੋਂ ਮੈਂ ਘਰ ਆਇਆ ਤਾਂ ਮੰਮੀ, ਡੈਡੀ ਅਤੇ ਰੀਆ ਬਹੁਤ ਖੁਸ਼ ਸਨ, ਪਰ ਮੇਰਾ ਵਤੀਰਾ ਰੀਆ ਨਾਲ ਬਹੁਤ ਗੁੱਸੇ ਵਾਲਾ ਸੀ। ਮੈਂ ਉਸ ਨੂੰ ਬਾਰ-ਬਾਰ ਬੇਇੱਜ਼ਤ ਕਰਦਾ ਰਿਹਾ, ਤਾਨੇ ਮਾਰਦਾ ਰਿਹਾ, ਪਰ ਉਸਨੇ ਮੇਰੀ ਕਿਸੇ ਗੱਲ ਦਾ ਕੋਈ ਜਵਾਬ ਨਾ ਦਿੱਤਾ। ਉਹ ਚੁੱਪ ਹੋ ਕੇ ਹੰਝੂ ਵਹਾਉਂਦੀ ਰਹੀ। ਉਸ ਦਾ ਬਦਸੂਰਤ ਚਿਹਰਾ ਮੈਨੂੰ ਹੋਰ ਵੀ ਗੁੱਸਾ ਦਿਵਾਉਂਦਾ ਸੀ। ਮੈਂ ਮਨ ਹੀ ਮਨ ਵਿੱਚ ਸੋਚਦਾ ਸੀ ਕਿ ਕਿੱਥੇ ਦੀਪਤੀ ਵਰਗੀ ਸੋਹਣੀ ਤੇ ਸੁਨੱਖੀ ਕੁੜੀ ਤੇ ਕਿੱਥੇ ਇਹ ਬਦਸੂਰਤ ਰੀਆ ਨੂੰ ਉਸ ਦੇ ਕਾਲੇ ਰੰਗ ਦੇ ਕਾਰਨ ਬਹੁਤ ਸਾਰੀਆਂ ਗੱਲਾਂ ਸੁਣਾ ਦਿੰਦਾ ਸੀ।
ਮੈਂ ਉਹਨੂੰ ਕਹਿੰਦਾ ਸੀ, ਤੇਰੇ ਕਾਲੇ ਰੰਗ ਨੇ ਮੇਰੀ ਤਕਦੀਰ ਨੂੰ ਵੀ ਕਾਲਾ ਕਰ ਦਿੱਤਾ। ਮੈਂ ਉਸ ਨੂੰ ਫੜ ਕੇ ਸ਼ੀਸ਼ੇ ਦੇ ਸਾਹਮਣੇ ਖੜਾ ਕਰਕੇ ਪੁੱਛਦਾ ਸੀ, ਕੀ ਦੱਸ ਤੇਰਾ ਮੇਰਾ ਕੀ ਮੇਲ ਹੈ? ਤੂੰ ਕਾਲੀ ਹਨੇਰੀ ਰਾਤ ਹੈ ਤੇ ਮੈਂ ਚਮਕਦਾ ਸਵੇਰ ਹਾਂ। ਰੀਆ ਬਹੁਤ ਰੋਇਆ ਕਰਦੀ ਸੀ ਅਤੇ ਉਸਨੇ ਮੈਨੂੰ ਤਰਸ ਦੀਆਂ ਅੱਖਾਂ ਨਾਲ ਦੇਖਿਆ। ਕਈ ਵਾਰ ਉਹਦੇ ਹੰਝੂ ਮੇਰੇ ਦਿਲ ਤੇ ਅਸਰ ਕਰਦੇ, ਪਰ ਮੈਂ ਆਪਣੇ ਦਿਲ ਦਾ ਕੀ ਕਰਾਂ। ਮੈਨੂੰ ਦੀਪਤੀ ਨਾਲ ਪਹਿਲਾਂ ਹੀ ਪਿਆਰ ਹੋ ਗਿਆ ਸੀ। ਮੈਂ ਰੀਆ ਨਾਲ ਬਹੁਤ ਬੁਰਾ ਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ ਅਤੇ ਹੁਣ ਇਹ ਸਰੀਰਕ ਹਿੰਸਾ ਤੱਕ ਵੀ ਪਹੁੰਚ ਗਿਆ। ਮੈਂ ਰੀਆ ਤੇ ਹੱਥ ਚੁੱਕਣਾ ਵੀ ਸ਼ੁਰੂ ਕਰ ਦਿੱਤਾ ਸੀ। ਮੇਰੀ ਬੇਰੁਖੀ ਦੇ ਬਾਵਜੂਦ ਉਸਨੇ ਮੈਨੂੰ ਇੱਕ ਸ਼ਬਦ ਵੀ ਨਹੀਂ ਕਿਹਾ। ਜਿੰਨਾ ਮੈਂ ਉਸ ਤੋਂ ਭੱਜਦਾ ਸੀ, ਉਹ ਮੇਰੇ ਨੇੜੇ ਆਉਣ ਦੀ ਕੋਸ਼ਿਸ਼ ਕਰਦੀ ਸੀ। ਜੇ ਦੀਪਤੀ ਮੇਰੀ ਜ਼ਿੰਦਗੀ ਵਿੱਚ ਨਾ ਹੁੰਦੀ ਤਾਂ ਸ਼ਾਇਦ ਹੁਣ ਤੱਕ ਮੈਂ ਰੀਆ ਦੀ ਚੰਗਿਆਈ ਦਾ ਦੀਵਾਨਾ ਹੋ ਜਾਣਾ ਸੀ, ਪਰ ਹੁਣ ਮੈਂ ਉਸ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਸੀ। ਇਸ ਲਈ ਉਸ ਦੀਆਂ ਹਰਕਤਾਂ ਨੇ ਮੈਨੂੰ ਹੋਰ ਵੀ ਗੁੱਸਾ ਦਿਵਾਉਣਾ ਸ਼ੁਰੂ ਕਰ ਦਿੱਤਾ। ਮੈਂ ਜਲਦੀ ਤੋਂ ਜਲਦੀ ਦੀਪਤੀ ਕੋਲ ਜਾਣਾ ਚਾਹੁੰਦਾ ਸੀ। ਉਸ ਦਾ ਸੋਹਣਾ ਤੇ ਪਿਆਰਾ ਚਿਹਰਾ ਮੇਰੀਆਂ ਅੱਖਾਂ ਸਾਹਮਣੇ ਘੁੰਮਦਾ ਰਹਿੰਦਾ ਸੀ। ਮੈਨੂੰ ਪਿੰਡ ਆਇਆ 1 ਮਹੀਨਾ ਹੋ ਗਿਆ ਸੀ ਅਤੇ ਇਸ ਦਾ ਮੇਰੇ ਕਾਰੋਬਾਰ ਤੇ ਬਹੁਤ ਬੁਰਾ ਪ੍ਰਭਾਵ ਪੈ ਰਿਹਾ ਸੀ। ਮੈਂ ਮੋਬਾਈਲ ਤੇ ਦੀਪਤੀ ਨਾਲ ਲਗਾਤਾਰ ਸੰਪਰਕ 'ਚ ਸੀ। ਮੈਂ ਉਸ ਨੂੰ ਥੋੜਾ ਹੋਰ ਧੀਰਜ ਰੱਖਣ ਲਈ ਕਿਹਾ ਅਤੇ ਉਸ ਨੂੰ ਸਾਰੀ ਸਥਿਤੀ ਦੱਸਦਾ ਰਿਹਾ। ਮੈਂ ਦੀਪਤੀ ਨੂੰ ਇਹ ਵੀ ਕਹਿੰਦਾ ਸੀ ਕਿ ਉਹ ਕਿਸੇ ਵੀ ਹਾਲਤ ਵਿੱਚ ਮੇਰੇ ਨਾਲ ਆਪਣਾ ਰਿਸ਼ਤਾ ਖਤਮ ਨਹੀਂ ਕਰੇਗੀ। ਉਹ ਮੇਰੀ ਕੁੱਟਮਾਰ ਅਤੇ ਮਾੜੇ ਬੋਲਾਂ ਨੂੰ ਬਰਦਾਸ਼ਤ ਕਰਦੀ ਰਹਿੰਦੀ ਹੈ। ਅਤੇ ਫਿਰ ਦੀਪਤੀ ਨੇ ਮੈਨੂੰ ਅਜਿਹਾ ਆਈਡੀਆ ਦਿੱਤਾ ਕਿ ਮੈਂ ਹੈਰਾਨ ਰਹਿ ਗਿਆ। ਦੀਪਤੀ ਨੇ ਮੈਨੂੰ ਮੇਰੀ ਪਤਨੀ ਨੂੰ ਜ਼ਹਿਰ ਦੇਣ ਲਈ ਕਿਹਾ। ਇਹ ਸੁਣ ਕੇ ਇੱਕ ਪਲ ਲਈ ਮੇਰਾ ਦਿਲ ਡਰ ਗਿਆ, ਪਰ ਮੇਰੇ ਕੋਲ ਹੋਰ ਕੋਈ ਚਾਰਾ ਨਹੀਂ ਸੀ। ਮੈਂ ਦੀਪਤੀ ਨੂੰ ਕਿਹਾ ਕਿ ਠੀਕ ਹੈ, ਖੁਸ਼ਖਬਰੀ ਦੱਸਦਾ ਹਾਂ, ਮੈਂ ਤੁਹਾਨੂੰ ਜਲਦੀ ਹੀ ਇਹ ਖੁਸ਼ਖਬਰੀ ਦੱਸਦਾ ਹਾਂ। ਅਤੇ ਇਹ ਕਹਿ ਕੇ ਮੈਂ ਫੋਨ ਬੰਦ ਕਰ ਦਿੱਤਾ। ਜਦੋਂ ਮੈਂ ਰਾਤ ਨੂੰ ਸੌਂ ਰਿਹਾ ਸੀ ਅਤੇ ਅੱਧੀ ਰਾਤ ਨੂੰ ਜਦੋਂ ਮੈਂ ਅਚਾਨਕ ਜਾਗਿਆ ਤਾਂ ਰੀਆ ਬੈੱਡ ਤੇ ਨਹੀਂ ਸੀ। ਮੈਂ ਘਰ ਵਿੱਚ ਰੀਆ ਨੂੰ ਸਾਰੇ ਕਿਤੇ ਲੱਭਿਆ, ਪਰ ਮੈਨੂੰ ਉਹ ਕਿਤੇ ਨਹੀਂ ਦਿਖੀ। ਫਿਰ ਮੈਂ ਛੱਤ ਤੇ ਗਿਆ ਅਤੇ ਉਸ ਨੂੰ ਛੱਤ ਤੇ ਬੈਠਾ ਦੇਖਿਆ ਤਾਂ ਉਸ ਦੀਆਂ ਅੱਖਾਂ 'ਚ ਹੰਝੂ ਵਹਿ ਰਹੇ ਸਨ। ਉਸ ਸਮੇਂ ਮੈਂ ਉਸ ਨਾਲ ਬਹੁਤ ਪਿਆਰ ਨਾਲ ਗੱਲ ਕੀਤੀ। ਪੁੱਛਿਆ ਕਿ ਕੀ ਹੋਇਆ ਰੀਆ, ਤੂੰ ਇੱਥੇ ਬੈਠੀ ਕਿਉਂ ਰੋ ਰਹੀ ਹੈ? ਮੇਰੇ ਪੁੱਛਣ ਤੇ ਉਸਨੇ ਆਪਣੇ ਹੰਝੂ ਸਾਫ਼ ਕੀਤੇ, ਪਰ ਮੇਰੇ ਪ੍ਰਤੀ ਉਸ ਦੇ ਬੁੱਲ੍ਹਾਂ ਕੋਈ ਸ਼ਿਕਾਇਤ ਨਹੀਂ ਸੀ। ਮੈਂ ਕਿਹਾ, ਰੀਆ, ਮੈਂ ਬਹੁਤ ਬੁਰਾ ਹਾਂ, ਮੈਨੂੰ ਇਹ ਪਤਾ ਹੈ, ਤੂੰ ਮੇਰੇ ਕਰਕੇ ਰੋਂਦੀ ਰਹਿੰਦੀ ਹੈ। ਮੈਂ ਰੀਆ ਨੂੰ ਆਪਣੀਆਂ ਗੱਲਾਂ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਤਾਂ ਉਹ ਕਹਿਣ ਲੱਗੀ ਕਿ ਮੈਂ ਬੁਰੀ ਹਾਂ। ਮੈਂ ਤੁਹਾਡੀ ਜ਼ਿੰਦਗੀ ਵਿੱਚ ਆ ਕੇ ਤੁਹਾਡੀ ਜ਼ਿੰਦਗੀ ਨੂੰ ਨਰਕ ਬਣਾ ਦਿੱਤਾ ਹੈ। ਤੇਰੇ ਵਰਗੇ ਸੋਹਣੇ ਤੇ ਸੁਨੱਖੇ ਮੁੰਡੇ ਨੂੰ ਮੇਰੇ ਵਰਗੀ ਬਦਸੂਰਤ ਪਤਨੀ ਮਿਲੀ ਹੈ। ਮੈਂ ਤੇਰੇ ਲਾਇਕ ਨਹੀਂ ਹਾਂ। ਤੁਸੀਂ ਕਿਹਾ ਸੀ ਕਿ ਮੈਂ ਮਾੜਾ ਹਾਂ, ਪਰ ਨਹੀਂ, ਮੈਂ ਮਾੜੀ ਹਾਂ। ਉਸ ਦੇ ਬੋਲ ਮੈਨੂੰ ਇਹ ਅਹਿਸਾਸ ਕਰਵਾ ਰਹੇ ਸਨ ਕਿ ਮੈਂ ਕਿੰਨਾ ਘਟੀਆ ਇਨਸਾਨ ਹਾਂ। ਪਰ ਉਹ ਕਹਿੰਦੇ ਹਨ ਕਿ ਜਿਸ ਦਾ ਮੂੰਹ ਕਾਲਾ ਹੁੰਦਾ ਹੈ ਉਸ ਦਾ ਦਿਲ ਬਹੁਤ ਸਾਫ਼ ਹੁੰਦਾ ਹੈ। ਰੀਆ ਵੀ ਬਹੁਤ ਹੀ ਸਾਫ਼ ਦਿਲ ਦੀ ਕੁੜੀ ਸੀ। ਮੈਂ ਆਪਣੇ ਹੱਥ ਨਾਲ ਰੀਆ ਦੇ ਹੰਝੂ ਸਾਫ਼ ਕੀਤੇ ਅਤੇ ਕਿਹਾ, ਇਹ ਸਭ ਛੱਡੋ, ਦੱਸੋ ਤੁਹਾਨੂੰ ਕੀ ਪਸੰਦ ਹੈ? ਗਰਮੀ ਬਹੁਤ ਹੋ ਰਹੀ ਹੈ, ਕੀ ਤੁਸੀਂ ਕੁਝ ਪੀਣਾ ਚਾਹੋਗੇ? ਰੀਆ ਨੇ ਸਾਫ਼ ਇਨਕਾਰ ਕਰ ਦਿੱਤਾ ਕਿ ਉਹ ਕੁਝ ਨਹੀਂ ਪੀਣਾ ਚਾਹੁੰਦੀ। ਮੈਂ ਕਿਹਾ, ਤੁਸੀਂ ਕਿਉਂ ਨਹੀਂ ਪੀਂਦੇ ਜਦੋਂ ਮੈਂ ਆਪਣੇ ਹੱਥਾਂ ਨਾਲ ਤੁਹਾਡੇ ਲਈ ਕੁਝ ਬਣਾਵਾਂਗਾ? ਹਾਂ, ਕੀ ਤੁਸੀਂ ਫਿਰ ਵੀ ਨਹੀਂ ਪੀਓਗੇ? ਤਾਂ ਉਹ ਮੇਰੀ ਗੱਲ ਸੁਣ ਕੇ ਮੁਸਕਰਾਉਣ ਲੱਗੀ। ਮੈਂ ਉਸ ਨੂੰ ਕਿਹਾ, ਚਲੋ ਕੱਲ ਸਵੇਰੇ ਮੈਂ ਤੈਨੂੰ ਆਪਣੇ ਹੱਥਾਂ ਨਾਲ ਸੰਤਰੇ ਦਾ ਜੂਸ ਬਣਾ ਕੇ ਪਿਆਵਾਂਗਾ। ਇੱਕ ਪਲ ਲਈ ਮੈਂ ਚਾਹੁੰਦਾ ਸੀ ਕਿ ਸਮਾਂ ਇੱਥੇ ਹੀ ਰੁਕ ਜਾਵੇ ਅਤੇ ਮੈਨੂੰ ਇਸ ਮਾਸੂਮ ਬੱਚੀ ਦੀ ਜਾਨ ਨਾ ਲੈਣੀ ਪਵੇ, ਪਰ ਫਿਰ ਦੀਪਤੀ ਦਾ ਚਿਹਰਾ ਮੇਰੀਆਂ ਅੱਖਾਂ ਸਾਹਮਣੇ ਆ ਗਿਆ। ਮੈਂ ਦੀਪਤੀ ਤੋਂ ਬਿਨਾਂ ਨਹੀਂ ਰਹਿ ਸਕਦਾ ਸੀ ਅਤੇ ਉਸ ਨੂੰ ਵਾਪਸ ਪਾਉਣ ਲਈ ਮੈਨੂੰ ਕੌੜਾ ਘੁੱਟ ਪੀਣਾ ਪਿਆ। ਕੁਝ ਦੇਰ ਅਸੀਂ ਦੋਵੇਂ ਛੱਤ ਤੇ ਬੈਠ ਕੇ ਗੱਲਾਂ ਕਰਦੇ ਰਹੇ। ਇਸ ਤੋਂ ਬਾਅਦ ਮੈਂ ਰੀਆ ਨੂੰ ਕਿਹਾ, ਆਓ ਅਸੀਂ ਦੋਵੇਂ ਹੇਠਾਂ ਚੱਲੀਏ ਅਤੇ ਹੁਣ ਸੌਣ ਦੀ ਕੋਸ਼ਿਸ਼ ਕਰੋ। ਫਿਰ ਜਦੋਂ ਸਵੇਰ ਹੋਵੇਗੀ ਤਾਂ ਤੁਸੀਂ ਘਰ ਦੇ ਕੰਮ ਵੀ ਦੇਖਣੇ ਹਨ। ਮੇਰਾ ਅਜਿਹਾ ਚੰਗਾ ਵਿਹਾਰ ਦੇਖ ਕੇ ਰੀਆ ਬਹੁਤ ਖੁਸ਼ ਹੋ ਗਈ। ਅਗਲੀ ਸਵੇਰ ਮੈਂ ਰੀਆ ਦੇ ਜਾਗਣ ਤੋਂ ਪਹਿਲਾਂ ਹੀ ਜੂਸ ਬਣਾ ਲਿਆ ਸੀ। ਜ਼ਹਿਰ ਤਾਂ ਮੈਂ ਪਹਿਲਾਂ ਹੀ ਆਪਣੇ ਨਾਲ ਲਿਆਇਆ ਸੀ ਅਤੇ ਮੈਂ ਇਸ ਜੂਸ ਵਿੱਚ ਜ਼ਹਿਰ ਮਿਲਾ ਦਿੱਤਾ। ਜਿਵੇਂ ਹੀ ਮੈਂ ਟਰੇ ਵਿੱਚ ਸੰਤਰੇ ਦੇ ਜੂਸ ਦਾ ਗਲਾਸ ਰੱਖ ਕੇ ਕਮਰੇ ਵਿੱਚ ਦਾਖਲ ਹੋਇਆ ਤਾਂ ਉਸ ਦੇ ਮਾਸੂਮ ਚਿਹਰੇ ਨੂੰ ਦੇਖ ਕੇ ਮੈਨੂੰ ਰੀਆ ਤੇ ਬਹੁਤ ਤਰਸ ਆਇਆ। ਮੈਂ ਪਸੀਨੇ ਵਿੱਚ ਭਿੱਜਿਆ ਹੋਇਆ ਸੀ ਅਤੇ ਮੇਰਾ ਸਰੀਰ ਬੁਰੀ ਤਰ੍ਹਾਂ ਕੰਬ ਰਿਹਾ ਸੀ। ਮੈਂ ਰੀਆ ਨੂੰ ਜਗਾਇਆ ਅਤੇ ਕਿਹਾ, ਦੇਖ, ਮੈਂ ਤੁਹਾਡੇ ਲਈ ਸੰਤਰੇ ਦਾ ਜੂਸ ਬਣਾਇਆ ਹੈ, ਉਹ ਵੀ ਆਪਣੇ ਹੱਥਾਂ ਨਾਲ। ਜਿਵੇਂ ਹੀ ਰੀਆ ਨੇ ਅੱਖਾਂ ਖੋਲ੍ਹੀਆਂ ਅਤੇ ਮੇਰਾ ਚੰਗਾ ਵਿਹਾਰ ਦੇਖਿਆ, ਉਹ ਬਹੁਤ ਖੁਸ਼ ਹੋ ਗਈ। ਜਦੋਂ ਮੈਂ ਸੰਤਰੇ ਦੇ ਜੂਸ ਦਾ ਗਲਾਸ
ਰੀਆ ਨੂੰ ਦਿੱਤਾ ਤਾਂ ਮੇਰੇ ਹੱਥ ਕੰਬ ਰਹੇ ਸਨ। ਮੈਂ ਉਸ ਨਾਲ ਝੂਠਾ ਪਿਆਰ ਜ਼ਾਹਰ ਕੀਤਾ ਅਤੇ ਉਸ ਨੂੰ ਇਹ ਪੀਣ ਲਈ ਕਿਹਾ। ਉਸਨੇ ਮੇਰੇ ਸਾਹਮਣੇ ਜੂਸ ਦਾ ਗਲਾਸ ਪੀਤਾ ਤਾਂ ਮੈਨੂੰ ਵਿਸ਼ਵਾਸ ਸੀ ਕਿ ਉਹ ਅਜਿਹਾ ਜ਼ਹਿਰੀਲਾ ਜੂਸ ਪੀ ਕੇ ਮਰ ਜਾਵੇਗੀ। ਇਸ ਲਈ ਮੈਂ ਵੀ ਉੱਥੋਂ ਉੱਠਿਆ। ਮੇਰਾ ਸਮਾਨ ਪਹਿਲਾਂ ਹੀ ਪੈਕ ਕੀਤਾ ਹੋਇਆ ਸੀ। ਮੈਂ ਰੀਆ ਨੂੰ ਅਲਵਿਦਾ ਕਿਹਾ ਅਤੇ ਖੁਸ਼ੀ ਨਾਲ ਸ਼ਹਿਰ ਲਈ ਰਵਾਨਾ ਹੋ ਗਿਆ। ਉਸ ਦਿਨ ਰੀਆ ਮੇਰਾ ਚੰਗਾ ਵਿਹਾਰ ਦੇਖ ਕੇ ਬਹੁਤ ਖੁਸ਼ ਹੋਈ। ਇਉਂ ਜਾਪਦਾ ਸੀ ਜਿਵੇਂ ਉਹ ਕੁਝ ਸਮੇਂ ਤੋਂ ਖੁਸ਼ੀ ਲਈ ਤਰਸ ਰਹੀ ਸੀ। ਮੈਨੂੰ ਵੀ ਬਹੁਤ ਸਕੂਨ ਮਿਲਿਆ ਕਿ ਮੇਰੀ ਖੁਸ਼ੀ ਦੇ ਰਾਹ ਵਿੱਚ ਆਉਣ ਵਾਲਾ ਵੱਡਾ ਕੰਡਾ ਹੁਣ ਨਿਕਲ ਜਾਵੇਗਾ। ਪਰ ਪਤਾ ਨਹੀਂ ਕਿਉਂ ਜਿਵੇਂ ਜਿਵੇਂ ਮੈਂ ਸ਼ਹਿਰ ਵੱਲ ਵੱਧ ਰਿਹਾ ਸੀ, ਮੇਰਾ ਦਿਲ ਬਹੁਤ ਘਬਰਾਉਣ ਲੱਗਾ। ਮੈਂ ਦੀਪਤੀ ਨੂੰ ਫੋਨ ਕਰਕੇ ਆਪਣੇ ਆਉਣ ਦੀ ਸੂਚਨਾ ਵੀ ਨਹੀਂ ਦਿੱਤੀ ਕਿਉਂਕਿ ਮੈਂ ਘਰ ਪਹੁੰਚ ਕੇ ਉਸ ਨੂੰ ਸਰਪ੍ਰਾਈਜ਼ ਕਰਨਾ ਚਾਹੁੰਦਾ ਸੀ। ਦਰਵਾਜ਼ੇ ਦੀ ਚਾਬੀ ਮੇਰੇ ਕੋਲ ਸੀ ਕਿਉਂਕਿ ਮੈਂ ਦੀਪਤੀ ਅਤੇ ਉਸ ਦੇ ਦਾਦਾ ਜੀ ਨੂੰ ਆਪਣੇ ਫਲੈਟ ਵਿੱਚ ਰਹਿਣ ਲਈ ਕਿਹਾ ਹੋਇਆ ਸੀ। ਜਿਵੇਂ ਹੀ ਮੈਂ ਆਪਣੇ ਫਲੈਟ ਵਿੱਚ ਪਹੁੰਚਿਆ ਅਤੇ ਚੁੱਪਚਾਪ ਦਰਵਾਜ਼ਾ ਖੋਲ੍ਹਿਆ ਤੇ ਮੈਂ ਘਰ ਦੇ ਅੰਦਰ ਚਲਾ ਗਿਆ। ਪਰ ਇਹ ਕੀ ਸੀ, ਜਦੋਂ ਮੈਂ ਦੀਪਤੀ ਨੂੰ ਦੇਖਿਆ ਤਾਂ ਮੈਨੂੰ ਬੜਾ ਅਜੀਬ ਜਿਹਾ ਅਹਿਸਾਸ ਹੋਇਆ। ਉਹ ਕਮਰੇ ਤੋਂ ਬਾਹਰ ਆਈ ਅਤੇ ਉਸਨੇ ਕਾਲੇ ਰੰਗ ਦੀ ਸਾੜੀ ਪਾਈ ਹੋਈ ਸੀ। ਉਹ ਬਹੁਤ ਸੋਹਣੀ ਲੱਗ ਰਹੀ ਸੀ। ਕਾਲੇ ਰੰਗ ਦੀ ਸਾੜੀ ਉਸਦੇ ਗੋਰੇ ਸਰੀਰ ਤੇ ਜੱਚ ਰਹੀ ਸੀ ਅਤੇ ਦੀਪਤੀ ਦੇ ਹੱਥ ਵਿੱਚ ਇੱਕ ਟਰੇ ਸੀ। ਉਸਨੇ ਮੇਰੇ ਵੱਲ ਦੇਖਿਆ ਅਤੇ ਕਿਹਾ ਕਿ ਅੱਜ ਸਾਡੇ ਰਾਹ ਦਾ ਕੰਡਾ ਹਟ ਗਿਆ ਹੈ। ਅੱਜ ਬਹੁਤ ਖੁਸ਼ੀ ਦਾ ਦਿਨ ਹੈ ਅਤੇ ਇਸ ਨੂੰ ਮਨਾਉਣ ਲਈ ਮੈਂ ਆਪਣੇ ਹੱਥਾਂ ਨਾਲ ਖੀਰ ਬਣਾਈ ਹੈ। ਪਰ ਉਸਦੀ ਖੁਸ਼ੀ ਦੇਖ ਕੇ ਮੈਂ ਸੋਚਾਂ ਵਿੱਚ ਗਵਾਚ ਗਿਆ। ਜਦੋਂ ਤੋਂ ਮੈਂ ਉਸ ਨੂੰ ਫੋਨ ਕੀਤਾ ਸੀ, ਮੈਂ ਜੂਸ ਵਿੱਚ ਜ਼ਹਿਰ ਮਿਲਾ ਕੇ ਰੀਆ ਨੂੰ ਦਿੱਤਾ ਹੈ। ਉਹ ਇਹਨਾਂ ਤਿਆਰੀਆਂ ਵਿੱਚ ਰੁੱਝੀ ਹੋਈ ਸੀ ਅਤੇ ਜਸ਼ਨ ਮਨਾ ਰਹੀ ਸੀ। ਉਸ ਨੇ ਕਿਹਾ, ਮੇਰੇ ਪਾਸੋਂ ਆਪਣਾ ਮੂੰਹ ਮਿੱਠਾ ਕਰਾਓ। ਖੀਰ ਦਾ ਪਿਆਲਾ ਦੇਖ ਕੇ ਮੈਨੂੰ ਅਜੀਬ ਜਿਹਾ ਮਹਿਸੂਸ ਹੋ ਰਿਹਾ ਸੀ, ਪਰ ਦੀਪਤੀ ਦੇ ਬਾਰ-ਬਾਰ ਕਹਿਣ ਤੋਂ ਬਾਅਦ ਮੈਂ ਖੀਰ ਖਾ ਲਈ। ਉਹ ਮੁਸਕਰਾ ਕੇ ਕਮਰੇ ਵਿੱਚ ਚਲੀ ਗਈ। ਜਦੋਂ ਕਾਫੀ ਸਮਾਂ ਹੋ ਗਿਆ ਅਤੇ ਉਹ ਕਮਰੇ ਤੋਂ ਬਾਹਰ ਨਾ ਆਈ ਤਾਂ ਮੈਂ ਉਸ ਕਮਰੇ ਵੱਲ ਗਿਆ ਅਤੇ ਦਰਵਾਜ਼ੇ ਦੇ ਅੰਦਰ ਝਾਤੀ ਮਾਰੀ ਤੇ ਜੋ ਦੇਖਿਆ, ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਸੀ। ਕਮਰੇ ਦੇ ਅੰਦਰੋਂ ਲੜਕੇ ਦੇ ਬੋਲਣ ਦੀ ਆਵਾਜ਼ ਆ ਰਹੀ ਸੀ। ਦੀਪਤੀ ਉਸ ਲੜਕੇ ਦੇ ਕੋਲ ਬੈਠੀ ਸੀ ਅਤੇ ਕਹਿ ਰਹੀ ਸੀ, ਅਵਿਨਾਸ਼, ਚਿੰਤਾ ਨਾ ਕਰੋ, ਮੈਂ ਨਵੀਨ ਲਈ ਪੱਕਾ ਪ੍ਰਬੰਧ ਕੀਤਾ ਹੈ। ਮੈਂ ਖੀਰ ਦੇ ਪਿਆਲੇ ਵਿੱਚ ਜ਼ਹਿਰ ਮਿਲਾ ਕੇ ਉਸ ਨੂੰ ਖਵਾਇਆ ਹੈ ਅਤੇ ਅੱਜ ਮੈਂ ਪੁਰਾਣਾ ਬਦਲਾ ਵੀ ਲੈ ਲਿਆ ਹੈ। ਉਹ ਗੁੰਡਾ ਆਪਣੇ ਆਪ ਨੂੰ ਕੀ ਸਮਝਦਾ ਹੈ ਕਿ ਮੈਨੂੰ ਕੁਝ ਨਹੀਂ ਪਤਾ ਕਿ ਮੇਰਾ ਦੋਸ਼ੀ ਕੌਣ ਹੈ। ਮੇਰੇ ਵਿਆਹ ਦੀ ਰਾਤ ਕਿਸ ਨੇ ਮੈਨੂੰ ਅਗਵਾ ਕੀਤਾ? ਮੇਰਾ ਦੋਸ਼ੀ ਨਵੀਨ ਹੈ। ਮੇਰੇ ਦੋਸਤ ਨੇ ਮੈਨੂੰ ਨਵੀਨ ਬਾਰੇ ਸਾਰੀ ਸੱਚਾਈ ਦੱਸੀ ਸੀ ਕਿ ਉਸ ਨੇ ਮੈਨੂੰ ਮੇਰੇ ਵਿਆਹ ਵਾਲੀ ਰਾਤ ਅਗਵਾ ਕਰ ਲਿਆ ਸੀ ਅਤੇ ਉਸ ਨੇ ਮੇਰੀ ਸਾਰੀ ਜਾਣਕਾਰੀ ਮੇਰੇ ਦੋਸਤ ਤੋਂ ਲੈ ਲਈ ਸੀ। ਇਹ ਪਰਮਾਤਮਾ ਦੀ ਕਿਰਪਾ ਹੈ ਕਿ ਅਵਿਨਾਸ਼, ਤੁਸੀਂ ਮੇਰਾ ਸਾਥ ਦਿੱਤਾ ਅਤੇ ਮੇਰੇ ਤੇ ਵਿਸ਼ਵਾਸ ਕੀਤਾ। ਮੈਂ ਸਿਰਫ ਤੁਹਾਨੂੰ ਪਿਆਰ ਕਰਦੀ ਹਾਂ ਅਤੇ ਹਮੇਸ਼ਾ ਤੁਹਾਨੂੰ ਪਿਆਰ ਕਰਾਂਗੀ। ਮੈਂ ਦਰਵਾਜ਼ੇ ਤੇ ਖੜਾ ਇਹ ਸਾਰੀਆਂ ਗੱਲਾਂ ਸੁਣ ਰਿਹਾ ਸੀ। ਇਹ ਸਭ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਮੈਂ ਚੁੱਪਚਾਪ ਉੱਥੋਂ ਬਾਹਰ ਆ ਗਿਆ ਤੇ ਫਿਰ ਅਚਾਨਕ ਮੇਰੇ ਘਰੋਂ ਪਿਤਾ ਜੀ ਦਾ ਫੋਨ ਆਇਆ। ਮੇਰੇ ਪਿਤਾ ਜੀ ਨੇ ਕਿਹਾ, ਪੁੱਤਰ, ਤੁਹਾਡੀ ਪਤਨੀ ਆਖਰੀ ਸਾਹ ਲੈ ਰਹੀ ਹੈ ਅਤੇ ਉਹ ਤੁਹਾਨੂੰ ਬੁਲਾ ਰਹੀ ਹੈ। ਇਹ ਸੁਣ ਕੇ ਮੈਂ ਪੂਰੀ ਤਰ੍ਹਾਂ ਹੈਰਾਨ ਰਹਿ ਗਿਆ। ਮੈਨੂੰ ਹੁਣ ਆਪਣੀ ਗਲਤੀ ਦਾ ਅਹਿਸਾਸ ਹੋਇਆ। ਮੈਨੂੰ ਵੀ ਜ਼ਹਿਰ ਦਿੱਤਾ ਗਿਆ, ਪਰ ਮੇਰੀ ਹਾਲਤ ਅਜੇ ਵੀ ਇੰਨੀ ਮਾੜੀ ਨਹੀਂ ਸੀ। ਪਰ ਹੁਣ ਮੈਨੂੰ ਆਪਣੀ ਹਾਲਤ ਦੀ ਬਹੁਤੀ ਪਰਵਾਹ ਨਹੀਂ ਸੀ। ਮੈਂ ਕਿਸੇ ਤਰ੍ਹਾਂ ਝੱਟ ਪਿੰਡ ਪਹੁੰਚ ਗਿਆ। ਘਰ ਜਾ ਕੇ ਦੇਖਿਆ ਤਾਂ ਰੀਆ ਦੇ ਚਿਹਰੇ ਤੇ ਮੌਤ ਦੀ ਖਾਮੋਸ਼ੀ ਛਾਈ ਹੋਈ ਸੀ। ਉਸ ਦੀ ਮੁਸਕਰਾਹਟ ਦੇਖ ਕੇ ਮੇਰਾ ਸਰੀਰ ਕੰਬ ਗਿਆ ਅਤੇ ਫਿਰ ਅਚਾਨਕ ਉਸਨੇ ਮੇਰੀਆਂ ਲੱਤਾਂ ਫੜ ਲਈਆਂ ਅਤੇ ਕਿਹਾ, ਕਿਰਪਾ ਕਰਕੇ ਮੈਨੂੰ ਮਾਫ ਕਰ ਦਿਓ। ਮੈਂ ਘਬਰਾ ਗਿਆ ਅਤੇ ਪੁੱਛਿਆ ਕਿ ਕੀ ਹੋਇਆ ਰੀਆ? ਰੋਂਦੇ ਹੋਏ ਉਸਨੇ ਮੈਨੂੰ ਦੱਸਿਆ ਕਿ ਮੈਂ ਤੁਹਾਡੀ ਅਲਮਾਰੀ ਦੀ ਤਲਾਸ਼ੀ ਲਈ ਸੀ। ਮੈਨੂੰ ਤੁਹਾਡੀਆਂ ਗਲਤ ਕੰਮਾਂ ਬਾਰੇ ਸਾਰੇ ਸਬੂਤ ਮਿਲ ਗਏ ਹਨ। ਉਸ ਦੀ ਇਹ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਿਆ। ਮੇਰੇ ਹੱਥ ਪੈਰ ਕੰਬ ਰਹੇ ਸਨ। ਜ਼ਹਿਰ ਮੇਰੇ ਤੇ ਕੰਮ ਕਰਨ ਲੱਗਾ ਸੀ, ਪਰ ਮੈਂ ਫਿਰ ਵੀ ਖੜਾ ਰਿਹਾ। ਉਸ ਨੂੰ ਸੁਣ ਰਿਹਾ ਸੀ। ਉਹ ਕਹਿ ਰਹੀ ਸੀ ਕਿ ਮੈਂ ਸੋਚ ਰਹੀ ਸੀ ਕਿ ਮੈਂ ਤੁਹਾਡੇ ਵਿਰੁੱਧ ਕਾਨੂੰਨੀ ਕਾਰਵਾਈ ਕਰਾਂ ਜਾਂ ਨਹੀਂ। ਮੈਂ ਤੈਨੂੰ ਰੱਬ ਦੇ ਕ੍ਰੋਧ ਤੋਂ ਬਚਾਉਣਾ ਚਾਹੁੰਦੀ ਸੀ, ਇਸ ਲਈ ਮੈਂ ਤੁਹਾਨੂੰ ਇਸ ਗਲਤ ਕੰਮ ਦੀ ਦਲਦਲ ਵਿੱਚੋਂ ਬਾਹਰ ਕੱਢਣਾ ਚਾਹੁੰਦੀ ਹਾਂ ਅਤੇ ਮੇਰੇ ਕੋਲ ਤੁਹਾਨੂੰ ਇਸ ਦਰਦ ਵਿੱਚੋਂ ਕੱਢਣ ਦਾ ਇੱਕ ਹੀ ਤਰੀਕਾ ਸੀ, ਉਹ ਹੈ ਤੁਹਾਨੂੰ ਪੁਲਿਸ ਦੇ ਹਵਾਲੇ ਕਰਨਾ। ਮੈਂ ਅੱਜ ਹੀ ਤੁਹਾਡੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਹੈ। ਪੁਲਿਸ ਕਿਸੇ ਵੀ ਸਮੇਂ ਇੱਥੇ ਪਹੁੰਚ ਸਕਦੀ ਹੈ ਅਤੇ ਤੁਹਾਨੂੰ ਗ੍ਰਿਫਤਾਰ ਕਰ ਸਕਦੀ ਹੈ। ਰੀਆ ਦੀ ਗੱਲ ਸੁਣ ਕੇ ਮੈਨੂੰ ਬੁਰਾ ਨਹੀਂ ਲੱਗ ਰਿਹਾ ਸੀ। ਇਹ ਕਹਿੰਦੇ
ਹੁੰਦੇ ਹੀ ਰੀਆ ਜ਼ਮੀਨ ਤੇ ਡਿੱਗ ਪਈ ਅਤੇ ਬੇਹੋਸ਼ ਹੋ ਗਈ। ਮੈਂ ਉਸ ਵੱਲ ਫਟੀਆਂ ਅੱਖਾਂ ਨਾਲ ਦੇਖ ਰਿਹਾ ਸੀ। ਮੈਂ ਉਸ ਨੂੰ ਜਲਦੀ ਡਾਕਟਰ ਕੋਲ ਲੈ ਗਿਆ। ਰੀਆ ਦੀ ਹਾਲਤ ਬਹੁਤ ਖਰਾਬ ਸੀ। ਡਾਕਟਰ ਨੇ ਕਿਹਾ ਕਿ 24 ਘੰਟੇ ਉਸ ਲਈ ਖਤਰਨਾਕ ਹੋਣਗੇ। ਮੈਂ ਰੋਂਦਾ ਹੋਇਆ ਰੱਬ ਕੋਲੋਂ ਰੀਆ ਦੀ ਜ਼ਿੰਦਗੀ ਦੀ ਭੀਖ ਮੰਗ ਰਿਹਾ ਸੀ। ਫਿਰ ਕੁਝ ਸਮੇਂ ਬਾਅਦ ਮੈਂ ਵੀ ਬੇਹੋਸ਼ ਹੋ ਗਿਆ। ਜਦੋਂ ਮੈਨੂੰ ਹੋਸ਼ ਆਈ ਤਾਂ ਮੈਂ ਡਾਕਟਰ ਨੂੰ ਆਪਣੇ ਨੇੜੇ ਖੜਾ ਦੇਖਿਆ ਅਤੇ ਸਭ ਤੋਂ ਪਹਿਲਾਂ ਉਸ ਨੂੰ ਮੈਂ ਰੀਆ ਬਾਰੇ ਪੁੱਛਿਆ। ਇਸ ਤੋਂ ਬਾਅਦ ਡਾਕਟਰ ਨੇ ਮੈਨੂੰ ਰੀਆ ਬਾਰੇ ਜੋ ਵੀ ਦੱਸਿਆ ਮੈਂ ਸੁਣ ਕੇ ਹੈਰਾਨ ਰਹਿ ਗਿਆ। ਡਾਕਟਰ ਨੇ ਦੱਸਿਆ ਕਿ ਤੁਹਾਡੀ ਪਤਨੀ ਰੀਆ ਇਸ ਸੰਸਾਰ ਨੂੰ ਛੱਡ ਗਈ ਹੈ। ਮੈਂ ਆਪਣੇ ਆਪ ਤੋਂ ਬਹੁਤ ਘਿਰਣਾ ਮਹਿਸੂਸ ਕਰ ਰਿਹਾ ਸੀ। ਆਖਿਰ ਮੈਂ ਉਸ ਮਾਸੂਮ ਦੀ ਜਾਨ ਖੋ ਲਈ। ਵਿਚਾਰੀ ਰੀਆ ਇਸ ਸੰਸਾਰ ਨੂੰ ਛੱਡ ਗਈ ਸੀ। ਉਸ ਨੂੰ ਇਹ ਵੀ ਨਹੀਂ ਪਤਾ ਸੀ ਕਿ ਉਸ ਦੀ ਮੌਤ ਦਾ ਜ਼ਿੰਮੇਵਾਰ ਕੋਈ ਹੋਰ ਨਹੀਂ ਸਗੋਂ ਉਸ ਦਾ ਆਪਣਾ ਪਤੀ ਹੈ। ਪੁਲਿਸ ਨੇ ਵੀ ਹਸਪਤਾਲ ਆ ਕੇ ਮੈਨੂੰ ਗ੍ਰਿਫਤਾਰ ਕਰ ਲਿਆ। ਰੀਆ ਦੀ ਮੌਤ ਤੋਂ ਮੈਂ ਬਹੁਤ ਦੁਖੀ ਸੀ ਅਤੇ ਚੁੱਪਚਾਪ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਮੈਂ ਆਪਣੇ ਸਾਰੇ ਕਾਰਨਾਮੇ ਆਪਣੇ ਮਾਪਿਆਂ ਨੂੰ ਦੱਸ ਦਿੱਤੇ ਸਨ ਅਤੇ ਉਹਨਾਂ ਨੂੰ ਇਹ ਵੀ ਦੱਸਿਆ ਸੀ ਕਿ ਮੈਂ ਆਪਣੀ ਪਤਨੀ ਦਾ ਦੋਸ਼ੀ ਸੀ। ਮੈਂ ਸੰਤਰੇ ਦੇ ਰਸ ਵਿੱਚ ਜ਼ਹਿਰ ਮਿਲਾ ਕੇ ਆਪਣੀ ਪਤਨੀ ਨੂੰ ਮਾਰਿਆ ਹੈ। ਮੇਰੇ ਮਾਪੇ ਬਹੁਤ ਬੁਰੀ ਤਰ੍ਹਾਂ ਰੋ ਰਹੇ ਸਨ। ਇੱਕ ਪਾਸੇ ਉਹਨਾਂ ਨੂੰ ਆਪਣੀ ਨੂੰਹ ਦੀ ਮੌਤ ਦਾ ਦੁੱਖ ਸੀ ਅਤੇ ਦੂਜੇ ਪਾਸੇ ਜਦੋਂ ਉਸ ਨੂੰ ਇਹ ਖਬਰ ਸੁਣੀ ਕਿ ਉਹਨਾਂ ਦਾ ਪੁੱਤਰ ਇੰਨਾ ਵੱਡਾ ਅਪਰਾਧੀ ਹੈ ਤਾਂ ਹੋਰ ਵੀ ਵੱਧ ਗਿਆ। ਉਹਨਾਂ ਦਾ ਦਿਲ ਟੁੱਟ ਗਿਆ। ਮੇਰੀ ਗਲਤੀ ਕਰਕੇ ਕਈ ਜਾਨਾਂ ਤਬਾਹ ਹੋ ਗਈਆਂ। ਅੱਜ ਮੈਨੂੰ ਆਪਣੀ ਗਲਤੀ ਦਾ ਬਹੁਤ ਅਹਿਸਾਸ ਹੋ ਰਿਹਾ ਅਤੇ ਮੈਨੂੰ ਆਪਣੀ ਪਤਨੀ ਦੀ ਬਹੁਤ ਯਾਦ ਆ ਰਹੀ ਸੀ। ਮੈਂ ਪੁਲਿਸ ਵਾਲਿਆਂ ਨੂੰ ਆਖਰੀ ਵਾਰ ਕਿਹਾ ਕਿ ਮੈਂ ਆਪਣੀ ਪਤਨੀ ਨੂੰ ਮਿਲਣਾ ਚਾਹੁੰਦਾ ਹਾਂ। ਜਦੋਂ ਮੈਂ ਆਪਣੀ ਪਤਨੀ ਨੂੰ ਆਖਰੀ ਵਾਰ ਦੇਖਿਆ ਤਾਂ ਮੈਂ ਉਸ ਦੀ ਮ੍ਰਿਤਕ ਦੇਹ ਦੇ ਸਾਹਮਣੇ ਰੋਇਆ ਅਤੇ ਮਾਫੀ ਮੰਗੀ ਤਾਂ ਕਿ ਉਸ ਦੀ ਆਤਮਾ ਮੈਨੂੰ ਮਾਫ ਕਰ ਸਕੇ। ਮੈਂ ਰੀਆ ਨਾਲ ਬਹੁਤ ਗਲਤ ਕੀਤਾ। ਉਸ ਵਿਚਾਰੀ ਦੀ ਕੋਈ ਗਲਤੀ ਨਹੀਂ ਸੀ, ਫਿਰ ਵੀ ਉਸ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ। ਮੈਨੂੰ 14 ਸਾਲ ਦੀ ਸਜ਼ਾ ਸੁਣਾਈ ਗਈ ਸੀ। 14 ਸਾਲ ਜੇਲ੍ਹ ਕੱਟਣ ਤੋਂ ਬਾਅਦ ਮੈਨੂੰ ਰਿਹਾ ਕੀਤਾ ਗਿਆ ਅਤੇ ਜਦੋਂ ਮੈਂ ਆਪਣੇ ਅਪਰਾਧ ਦੀ ਸਜ਼ਾ ਕੱਟ ਕੇ ਘਰ ਵਾਪਸ ਜਾ ਰਿਹਾ ਸੀ ਤਾਂ ਮੈਂ ਸੋਚ ਰਿਹਾ ਸੀ ਕਿ ਮੇਰੇ ਮਾਪੇ ਮੈਨੂੰ ਸਵੀਕਾਰ ਕਰਨਗੇ। ਪਰ ਜਿਵੇਂ ਹੀ ਮੈਂ ਆਪਣੇ ਘਰ ਪਹੁੰਚਿਆ ਤਾਂ ਇਹ ਦੇਖ ਕੇ ਹੈਰਾਨ ਰਹਿ ਗਿਆ ਕਿ ਮੇਰੇ ਘਰ ਨੂੰ ਤਾਲਾ ਲੱਗਾ ਹੋਇਆ ਸੀ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਤੇਰੇ ਮਾਪਿਆਂ ਨੇ ਖੁਦਕੁਸ਼ੀ ਕਰ ਲਈ ਹੈ। ਮੈਂ ਹੋਰ ਵੀ ਟੁੱਟ ਗਿਆ। ਉਹ ਆਪਣੇ ਮਾਪਿਆਂ ਦੀ ਮੌਤ ਦਾ ਸਦਮਾ ਬਰਦਾਸ਼ਤ ਨਹੀਂ ਕਰ ਸਕਿਆ। ਪਿੰਡ ਵਾਲਿਆਂ ਨੇ ਦੱਸਿਆ ਕਿ ਤੂੰ ਇੰਨਾ ਚੰਗਾ ਬੰਦਾ ਸੀ, ਤੇਰਾ ਬਾਪੂ ਤੇਰੀ ਬਹੁਤ ਤਾਰੀਫ ਕਰਦਾ ਸੀ, ਪਰ ਤੂੰ ਆਪਣੀ ਪਤਨੀ ਨਾਲ ਬਹੁਤ ਗਲਤ ਕੀਤਾ। ਮੈਨੂੰ ਲਗਾਤਾਰ ਆਪਣੀ ਗਲਤੀ ਦਾ ਅਹਿਸਾਸ ਹੋ ਰਿਹਾ ਸੀ। ਅੱਜ ਮੇਰੇ ਸਾਰੇ ਰਿਸ਼ਤੇ ਮੈਨੂੰ ਛੱਡ ਗਏ ਤੇ ਮੈਂ ਇਕੱਲੇ ਰਹਿ ਗਿਆ ਸੀ। ਮੈਂ ਗਲਤ ਕੰਮ ਕਰਨਾ ਛੱਡ ਦਿੱਤਾ ਸੀ ਅਤੇ ਹੁਣ ਮੈਂ ਪਿੰਡ ਵਿੱਚ ਹੀ ਖੇਤੀ ਕਰਦਾ ਹਾਂ। ਪਰਮੇਸ਼ਵਰ ਨੇ ਮੈਨੂੰ ਮੇਰੇ ਕੰਮਾਂ ਦੀ ਸਜ਼ਾ ਦਿੱਤੀ। ਅੱਜ ਵੀ ਮੈਂ ਉਵੇਂ ਹੀ ਦੁਖੀ ਹਾਂ। ਮੈਂ ਆਪਣੇ ਆਪ ਨੂੰ ਰੀਆ ਤੋਂ ਮੁਕਤ ਕਰਨਾ ਚਾਹੁੰਦਾ ਸੀ, ਪਰ ਰੱਬ ਨੇ ਮੇਰੇ ਤੋਂ ਮੇਰੇ ਸਾਰੇ ਰਿਸ਼ਤੇ ਖੋਹ ਲਏ ਕਿਉਂਕਿ ਮੈਂ ਰਿਸ਼ਤਿਆਂ ਨੂੰ ਸਮਝ ਨਹੀਂ ਸਕਿਆ। ਇਸੇ ਲਈ ਅੱਜ ਕੋਈ ਮੇਰੇ ਨਾਲ ਨਹੀਂ ਹੈ। ਹੁਣ ਮੈਂ ਪਿੰਡ ਵਿੱਚ ਇਕੱਲਾ ਰਹਿੰਦਾ ਹਾਂ ਅਤੇ ਇਹ ਇਕੱਲਾ ਘਰ ਮੈਨੂੰ ਖਾਣ ਨੂੰ ਪੈਂਦਾ ਹੈ। ਜਿੰਨਾ ਮੈਨੂੰ ਚਮਕ ਧਮਕ ਨਾਲ ਪਿਆਰ ਸੀ, ਅੱਜ ਮੇਰੇ ਹਿੱਸੇ ਵਿੱਚ ਓਨਾ ਹੀ ਹਨੇਰਾ ਹੈ। ਮੈਂ ਰੱਬ ਅੱਗੇ ਅਰਦਾਸ ਕਰਦਾ ਹਾਂ ਕਿ ਮੇਰੀ ਇੱਛਾ ਹੈ ਕਿ ਮੈਂ ਵੀ ਜਲਦੀ ਹੀ ਆਪਣੇ ਮਾਤਾ ਪਿਤਾ ਅਤੇ ਆਪਣੀ ਪਤਨੀ ਕੋਲ ਚਲਾ ਜਾਵਾਂ। ਦੋਸਤ, ਮੈਨੂੰ ਉਮੀਦ ਹੈ ਕਿ ਤੁਹਾਨੂੰ ਸਾਡੀ ਕਹਾਣੀ ਪਸੰਦ ਆਈ ਹੋਵੇਗੀ। ਜੇ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ। ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਹਾਂ, ਨੋਟੀਫਿਕੇਸ਼ਨ ਨੂੰ ਜ਼ਰੂਰ ਦਬਾਇਓ ਤਾਂ ਜੋ ਤੁਹਾਨੂੰ ਅਗਲੀ ਅਪਡੇਟ ਪਹਿਲਾਂ ਮਿਲ ਸਕੇ। ਧੰਨਵਾਦ।